ਸਹੀ ਹੈ। ਹੋਰ ਸਈਦ ਸਾਹਿਬ ਆਏ ਨੇ, ਸਈਦ ਸਾਹਿਬ ਸੁਣਾਓ। ਠੀਕ ਹੈ। ਮੈਨੂੰ ਜ਼ਰਾ ਬਾਰ-ਬਾਰ ਜਾਣਾ ਪੈਂਦਾ, ਮੈਂ ਕੰਮ ਤੇ ਆ। ਤੇ ਕੀ ਹੁਣ ਸਵਾਲ ਕੀ ਕੀਤਾ ਅਮਨਦੀਪ ਸਾਹਿਬ ਨੇ? ਉਹ ਨਹੀਂ, ਗੱਲ ਉੱਥੇ ਹੀ ਫਸੀ ਫਸਾ ਕੇ ਤੇ ਥੱਲੇ ਜੇ ਡਾਟ ਸਾਹਿਬ ਵੀ ਆਏ ਜੇ ਕੋਈ ਦੇ ਮਹੀਤੇ ਨੇ, ਉਹਨਾਂ ਦੀ ਤਸਵੀਰ ਤੇ ਵੀ ਘੋੜਾ ਹੈ ਤੇ ਮੇਰੀ ਤਸਵੀਰ ਤੇ ਵੀ ਘੋੜਾ ਲੱਗਾ ਹੈ। ਜੇ ਡਾਟ ਏ ਸਾਹਿਬ, ਕੀ ਹਾਲ ਚਾਲ ਹੈ? टीम सब ठीक ठाक, तुस सुनाओ ठीक हो? ਹਾਂਜੀ ਠੀਕ ਠਾਕ। ਤੇ ਇਹ ਤਸਵੀਰ ਤੁਹਾਡੀ ਲੱਗੀ ਹੈ हाँ जी ਡਾਟ हाँ ਏ ਸਾਹਿਬ? हाँ जी हाँ ਤੁਸੀਂ जी, मेरी ਤੁਸੀਂ अपनी पर्सनल जी। ਸਵਾਰੀ ਕਰਦੇ ਹੋ ਕਿ ਨੇਜ਼ਾਬਾਜ਼ੀ, ਕੀ ਸ਼ੌਕ ਨੇ ਤੁਹਾਡੇ? ਇਹ ਜਦੋਂ ਪਾਕਿਸਤਾਨ ਸੀਗਾ ਉਦੋਂ ਤੋਂ ਕਰਦਾ ਸੀ, ਐਗਰੀਕਲਚਰ ਯੂਨੀਵਰਸਿਟੀ ਦੇ ਤਰਫੋਂ ਉੱਥੇ ਪੜ੍ਹਦਾ ਰਿਹਾ ਮੈਂ। ਤੇ ਅੱਜ ਕੱਲ੍ਹ ਫੈਸਲਾਬਾਦ ਐਗਰੀਕਲਚਰ ਹਾਂਜੀ ਹਾਂਜੀ ਹਾਂਜੀ। ਅੱਛਾ। ਹੁਣ ਤੇ ਜਰਮਨੀ ਆ, ਇੱਥੇ ਫਰੈਂਕਫਰਟ, ਤੇ ਹੁਣ ਤੇ ਫਿਰ ਮੌਕਾ ਹੀ ਨਹੀਂ ਮਿਲਦਾ। ਇਹ ਤੁਸੀਂ ਆਪਣਾ ਘੋੜਸਵਾਰੀ ਕਰਦੇ ਸੀ ਉਦੋਂ? ਹਾਂਜੀ ਹਾਂਜੀ ਭਾਈ, ਇਹ ਨੇਜ਼ਾਬਾਦੀ ਟੈਂਟ ਪੇ ਗਏ। ਅੱਛਾ ਅੱਛਾ। ਤੇ ਕਿੱਥੋਂ ਤੱਕ ਹੈ ਭਰਾ ਮੇਰੇ ਦਾ? ਇਹ ਫੈਸਲਾਬਾਦ ਤੋਂ ਹੀ ਆ। ਕਿਹੜੇ ਪਾਕਿਸਤਾਨ, ਕਿੱਥੋਂ ਦੇ? ਪਾਕਿਸਤਾਨ ਫੈਸਲਾਬਾਦ ਤੋਂ। ਹਾਂਜੀ। ਤੇ ਇੱਥੇ ਫਰੈਂਕਫਰਟ ਚ ਮੁਕੀਮ ਸੀ, ਠੀਕ ਹੈ। ਤੇ ਜਮਾਤ ਨਾਲ ਤਲਕ ਹੈ ਜਾਂ ਗੈਰ ਜਮਾਤ ਤੋਂ? ਨਹੀਂ ਨਹੀਂ ਭਾਈ, ਮੈਂ ਜਮਾਤ ਤੋਂ ਨਹੀਂ ਹੈ ਤੇ ਲੇਕਿਨ ਤੁਹਾਡੀ ਬਰਾੜ ਤੇ ਆ ਕੇ ਆਪਣੇ ਆਮਿਰ ਨਜ਼ੀਰ ਭਾਈ ਜ਼ਿਆ ਭਾਈ ਨੂੰ ਸੁਣੀਦਾ ਤੇ। ਅੱਛਾ ਠੀਕ ਹੈ ਜੀ ਸਹੀ ਹੈ ਸਹੀ है। ज़हीर अहमद साहब अस्सलाम वालेकुम। सलाम, क्या हाल है जनाब? अल्हम्दुलिल्लाह जनाब अली। ये जो इतने एतराज़ात पेश किए जा रहे हैं, मैं सिर्फ मेरा सवाल ये है कि कुरान में जो 100 के करीब आयात हैं जो हज़रत सल्लल्लाहु अलैहि वसल्लम पे तनकीद उनके ज़माने में कर दी गई, उनको पढ़ा जाए या ना पढ़ा जाए? क्या उनको कुरान से निकाल दिया जाए क्योंकि हम बहुत बड़े आशिक रसूल हैं? ये पहला सवाल है मेरा। और दूसरा ये है, दोबारा कीजिएगा सवाल। हाँ, हज़रत सल्लल्लाहु अलैहि वसल्लम के ज़माने में कुफार ने जो तनकीद की हज़रत सल्लल्लाहु अलैहि वसल्लम पर, सूरह फुरकान भरी हुई है, ए वो शख्स जिस पर जिक्र उतारा गया है यकीनन तू मजनू है, सूरह हिजर आयत नंबर 6 और 7। अगर तू सच्चों में से है तो मलाइका को हमारे पास क्यों नहीं लेकर आता? इससे बड़ी तनकीद तो हो ही नहीं सकती। सिंह इससे बड़ी तो तनकीद हो ही नहीं सकती। अब उनको कुरान में रखा जाए या कुरान से निकाल दिया जाए? क्योंकि हम ठीक है, मैं जवाब देना। एक मिनट। दूसरा और एक और एक नहीं, एक और सवाल एक सवाल ਤੁਹਾਡਾ ਤੇ ਇੱਕ ਸਾਡਾ, ਕੋਈ ਦਰਜਨ ਸਵਾਲ ਨਹੀਂ ਤੁਸੀਂ ਕਰਨੇ। ਤੁਹਾਡਾ ਸਵਾਲ ਹੋ ਗਿਆ, ਉਹਦਾ ਜਵਾਬ ਮੈਨੂੰ ਦੇ ਲੈਂਦੇ ਹੋ, ਉਹਦੇ ਬਾਅਦ ਫਿਰ ਮੈਂ ਇੱਕ ਮਿੰਟ ਰੁਕ ਜਾਓ। ਅੱਛਾ ज़हीर अहमद साहब, एक सवाल ही दो इकट्ठे करना चाह रहे हो? पहले दसो। दो इकट्ठे कर देंगे तो फायदा हो जाएगा, क्योंकि ਫਿਰ ਇਹਨਾਂ ਨੂੰ ਮੇਰੇ ਵੀ ਦੋ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਪਹਿਲਾਂ ਇਹਨਾਂ ਨੂੰ ਪੁੱਛ ਲਓ। ਨਹੀਂ, ਉਹ ਤੇ ਸਵਾਲ ਸਾਰੇ ਮੁਸਲਮਾਨਾਂ ਦੇ ਹੀ ਆ ਨਾ। ਮੈਂ ਤੇ ਤੁਹਾਨੂੰ ਅਹਿਮਦੀਅਤ ਦੇ ਮੁਤਾਲਿਕ ਕੋਈ ਸਵਾਲ ਹੀ ਨਹੀਂ ਪੁੱਛਿਆ। ਮੈਂ ਤੇ ਇਸਲਾਮ ਦੇ ਮੈਂ ਤੇ ਤੁਹਾਨੂੰ ਉਹਦੇ ਤੁਹਾਡੇ ਮੁਤਲਕ ਹੀ ਸਵਾਲ ਪੁੱਛਣਾ, ਤੁਸੀਂ ਮੁਸਲਮਾਨਾਂ ਨੂੰ ਮੁਸਲਮਾਨਾਂ ਦੇ ਮੁਤਲਕ ਸਵਾਲ ਪੁੱਛਣਾ ਹੈ। ਅੱਛਾ, ਦੂਸਰਾ ਸਵਾਲ ਸੁਣ ਲਓ, ਹੱਲ ਹੋ ਜਾਏਗਾ। ਤਾਂ ਤੁਸੀਂ ਤੁਹਾਡੇ ਸਵਾਲ ਖਤਮ ਹੋ ਜਾਣਗੇ। ਮੈਨੂੰ ਪਤਾ ਜੋ ਪੁੱਛਣਾ ਤੁਸੀਂ ਦੂਸਰਾ ਛੱਡ ਕੇ ਤੀਸਰਾ ਵੀ ਕਰ ਲਿਓ, ਲੇਕਿਨ ਫਿਰ ਇੰਨੇ ਹੀ ਸਵਾਲਾਂ ਦਾ ਜਵਾਬ ਤੁਸੀਂ ਦੇਣਾ ਹੈ। ਅੱਛਾ, ਦੂਸਰਾ ਵੀ ਸੁਣ ਲਓ, ਕੋਈ ਫਰਕ ਨਹੀਂ ਪੈਣਾ। 2 ਮਿੰਟ ਲੱਗਣੇ। ਪਹਿਲਾਂ ਇਹ ਗੱਲ ਦਾ ਵਾਅਦਾ ਕਰ ਲਓ ਕਿ ਤੁਸੀਂ ਇਹਨਾਂ ਫਿਰ ਦੋ ਸਵਾਲਾਂ ਦੇ ਜਵਾਬ ਦੇਣੇ ਨੇ। ਮੈਂ ਜਿਹੜਾ ਸਵਾਲ ਪੁੱਛਣ ਲੱਗਾ, ਤੁਹਾਡੇ 2 ਸਵਾਲ ਰਹਿਣੇ ਹੀ ਨਹੀਂ। ਮੈਨੂੰ ਪਤਾ ਤੁਸੀਂ ਪੁੱਛ ਕੇ ਕੀ ਪੁੱਛੋਗੇ, ਮੈਂ ਜਾਣਨਾ ਤੁਹਾਡੇ ਸਵਾਲਾਂ ਨੂੰ। ਮੈਂ ਪਿਆਨਾ ਤੁਸੀਂ ਜਿਹੜਾ ਸਵਾਲ ਪੁੱਛਣਾ ਹੈ ਬਾਅਦ ਵਿੱਚ ਜਵਾਬ ਦੇਣ ਵਾਸਤੇ ਤਿਆਰ ਹੋ? ਚਲੋ ਹਾਂ, ਮੈਂ ਤਿਆਰ ਹਾਂ। ਸਵਾਲ ਪੁੱਛੋ। ਅਲੀਮ ਸਾਹਿਬ, ਤੁਸੀਂ ਲੈ ਕੇ ਦੇਣਾ ਜਵਾਬ। ਜੀ ਇਹਦਾ ਜਵਾਬ ਦੇ ਦਿਓ। ਅਲੀਮ ਸਾਹਿਬ, ਤੁਸੀਂ ਫਿਰ 2 ਸਵਾਲਾਂ ਦੇ ਜਵਾਬ ਲੈ ਕੇ ਦੇਣੇ ਨੇ। ਮੈਂ ਸਿਰਫ ਤਾਹਿਰ ਅਮਜਦ ਸਾਹਿਬ ਦਾ ਕਨੈਕਸ਼ਨ ਵੇਖ ਰਿਹਾ ਵਾਂ, ਕਨੈਕਸ਼ਨ ਹੋ ਨਹੀਂ ਪਾ ਰਿਹਾ। ਕਨੈਕਸ਼ਨਾਂ ਨੂੰ ਤੁਸੀਂ ਛੱਡ ਦਿਓ। ਜਦੋਂ ਬੰਦਾ ਇਹਨੂੰ ਸ਼ੱਕ ਹੈ ਕਿ ਮੇਰੇ ਕੋਲ ਐਸੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਦੇ ਹੀ ਕੋਈ ਨਹੀਂ ਸਕਦਾ, ਤੇ ਸ਼ੱਕ ਕੱਢ ਲੈਣ ਦੋਨੋਂ। ਉਹਨੂੰ ਆਖੋ ਸਾਡੇ ਵੀ ਸਵਾਲਾਂ ਦੇ ਜਵਾਬ ਦੇ ਦੇ। ਅੱਛਾ ਜੀ, ਕਰੋ ਜੀ ਸਵਾਲ ज़हीर ਸਾਹਿਬ। ਇਹ ਬਾਅਦ ਚ ਲੈ ਕੇ ਦੇਣਾ ਜੇ ਜਵਾਬ ਮੈਨੂੰ, ਤੁਸੀਂ ਚੇਤਾ ਰੱਖਿਓ, ਦੌੜਿਓ। दूसरा सवाल है कि चलो थोड़ी देर ਲਈ ਫਰਜ਼ ਕਰ ਲੈਨੇ ਆ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਪੈਦਾ ਹੀ ਨਹੀਂ ਹੋਏ, ਉਹਨਾਂ ਦੀ ਤਾਲੀਮ ਨੂੰ ਖਤਮ ਕਰ ਦਿੰਨੇ ਆ ਥੋੜੀ ਦੇਰ ਲਈ। ਉਹ ਮੈਨੂੰ ਇਹ ਦੱਸੋ, ਸਿੱਧੀ ਜੀ ਗੱਲ ਮੈਂ ਤੁਹਾਨੂੰ ਪੁੱਛਣਾ ਹੈ, ਹਜ਼ਰਤ ਈਸਾ ਦੇ ਮੁਤਾਲਿਕ ਜਿਹੜੇ ਮੁਸਲਮਾਨਾਂ ਦੇ ਮੌਜਜ਼ਾਤ ਆ, ਉਸ ਹਿਸਾਬ ਨਾਲ ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਤੇ ਨਬੀ ਸਾਬਤ ਹੀ ਨਹੀਂ ਹੋ ਸਕਦੇ। ਗੱਲਾਂ ਤੁਸੀਂ ਕੀ ਕਰਦੇ ਪਏ ਜੇ? ਉਹ ਈਸਾਈ ਤੁਹਾਨੂੰ ਇਹੀ ਤੇ ਕਹਿੰਦੇ ਆ, ਤੁਹਾਡੇ ਹੀ ਇਮਾਨ ਦੇ ਮੁਤਾਬਿਕ ਇੱਕ ਕਵਾਰੀ ਦੇ ਉੱਤੇ ਨੁਤਫਾ ਨਾਜ਼ਿਲ ਹੋਇਆ, ਤੁਸੀਂ ਉਹਨੂੰ ਅੱਲਾ ਦਾ ਬੇਟਾ ਕਹਿਤਾ। ਇੱਕ ਉਮੀ ਤੇ ਕੁਰਾਨ ਨਾਜ਼ਿਲ ਹੋਇਆ। ਸਵਾਲ ਕੀ ਹੈ? ਸਵਾਲ ਕਰੋ। ਸਵਾਲ ਆ ਰਿਹਾ ਹੈ ਨਾ,
ਉਮੀ ਤੇ ਕੁਰਾਨ ਨਾਜ਼ਿਲ ਹੋਇਆ, ਤੁਸੀਂ ਉਹਨੂੰ ਅੱਲਾ ਦਾ ਬੇਟਾ ਕਹਿਤਾ ਆਪਣੇ ਹੀ ਈਮਾਨ ਦੇ ਮੁਤਾਬਿਕ, ਆਪਣੀ ਹੀ ਕਿਤਾਬ ਦੇ ਮੁਤਾਬਿਕ। ਤੇ ਮੈਨੂੰ ਇਹ ਦੱਸੋ ਕਿ ਅਗਰ ਅੱਲਾ ਦੀ ਕਿਤਾਬ ਹੋ ਸਕਦੀ ਹੈ ਤੇ ਬੇਟਾ ਕਿਉਂ ਨਹੀਂ ਹੋ ਸਕਦਾ? ਤੇ ਮੈਨੂੰ ਇਹ ਦੱਸੋ ਕਿ ਇਸਲਾਮ ਨੇ ਉਹਨਾਂ ਮੁਸਲਮਾਨ ਔਰਤਾਂ ਨੂੰ ਜਿਨ੍ਹਾਂ ਨੂੰ ਹਮਲ ਨਹੀਂ ਠਹਿਰਦੇ ਪਏ, ਉਹਨਾਂ ਨੂੰ ਇਹ ਦੁਆ ਕਿਉਂ ਨਹੀਂ ਸਿਖਾਈ ਕਿ ਸਾਨੂੰ ਵੀ ਮਰੀਮ ਵਾਂਗੂ ਨੁਤਫਾ ਨਾਜ਼ਿਲ ਕਰ? ਅਗਰ ਉਹ ਮੌਜਜ਼ਾ ਸੀਗਾ, ਐਸਾ ਮੌਜਜ਼ਾ ਸੀਗਾ ਕਿ ਆਸਮਾਨ ਤੋਂ ਨੁਤਫਾ ਆਇਆ, ਆਸਮਾਨ ਤੋਂ ਨੁਤਫਾ ਆਇਆ ਤੇ ਉਹ ਪ੍ਰੈਗਨੈਂਟ ਹੋਈ, ਤੇ ਮੈਨੂੰ ਦੱਸੋ ਕਿ ਹਜ਼ਰਤ ਈਸਾ ਤੇ ਆ ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਦੇ ਦਰਮਿਆਨ ਕੋਈ ਨਬੀ ਹੈ ਹੀ ਨਹੀਂ, ਸਾਨੂੰ ਨਬੂਵਤ ਦਾ ਪਤਾ ਕਿਸ ਤਰ੍ਹਾਂ ਚੱਲੇਗਾ ਕਿ ਨਬੀ ਹੁੰਦਾ ਕੀ ਆ? ਆ ਹਜ਼ਰਤ ਈਸਾ ਦੇ ਮੁਤਾਲਿਕ ਅਸੀਂ ਸਵਾਲ ਕੀ ਹੈ, ਸਵਾਲ ਕੀ ਹੈ? ਸੁਣੋ ਤੇ ਸਹੀ, ਆਸਮਾਨ ਅਸੀਂ ਉਹਨਾਂ ਨੂੰ ਆਸਮਾਨਾਂ ਤੇ ਚੜਾਤਾ ਹੈ, ਆਈ ਗੱਲ। ਤੇ ਕੁਰਾਨ ਕਹਿ ਰਿਹਾ ਹੈ ਕਿ ਮੇਰੇ ਨਬੀوں کو اور میرے فرشتوں کو خدا مت بنا لینا, ਅਸੀਂ ਤੇ ਉਹਨਾਂ ਨੂੰ ਖੁਦਾ ਬਣਾਇਆ ਹੋਇਆ ਹੈ। ਹੁਣ ਮੈਨੂੰ ਇਹ ਦੱਸੋ ਉਹੀ ਕੰਮ ਜਿਹੜੇ ਹਜ਼ਰਤ ਈਸਾ ਨੇ ਦੁਬਾਰਾ ਆ ਕੇ ਕਰਨੇ ਆ, ਉਹ ਆਸਮਾਨ ਤੇ ਬਹਿ ਕੇ ਕਿਉਂ ਨਹੀਂ ਕਰ ਸਕਦੇ? ਗੱਲ ਸਮਝ ਆ ਗਈ ਕਿ ਅਗਰ ਆਸਮਾਨ ਤੇ ਬਹਿ ਕੇ ਕਰਨ ਤੇ ਖੁਦਾਈ ਦਾ ਦਾਵਾ ਹੋ ਜਾਂਦਾ ਹੈ। ਤੇ ਥੋੜੀ ਦੇਰ ਲਈ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦੀ ਤਾਲੀਮ ਨੂੰ ਗੁੰਮ ਕਰ ਦੋ, ਉਹ ਅਸੀਂ ਤੇ ਸਾਰੇ ਈਸਾਈ ਆ, ਅਸੀਂ ਤੇ ਸਾਬਿਤ ਹੀ ਨਹੀਂ ਕਰ ਸਕਨੇ ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਨੂੰ, ਕਿਉਂਕਿ ਕੁਰਾਨ ਤੇ ਨੁਤਫੇ ਵਾਂਗੂ ਨਾਜ਼ਿਲ ਹੀ ਨਹੀਂ ਹੋਇਆ। ਜਿਹੜਾ ਮੁਸਲਮਾਨਾਂ ਨੇ ਨੁਤਫੇ ਹੁਣ ਮੈਂ ਕਿਹੜੇ ਸਵਾਲ ਦਾ ਜਵਾਬ ਦੇਣਾ ਭਾਜੀ? ਅੱਧਾ ਘੰਟਾ ਹੋ ਗਿਆ, ਸਵਾਲ ਕੀ ਹੈ? ਉਹ ਸਵਾਲ ਇਹੀ ਆ ਕਿ ਕੁਰਾਨ ਆਸਮਾਨ ਤੋਂ ਕੋਈ ਲਿਬਾਸ ਦੱਸ ਦੋ, ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਝੂਠੇ, ਗੱਲ ਖਤਮ। ਕੀ ਦੱਸ ਦਈਏ, ਕੀ ਦੱਸ ਦਈਏ? ਕਿ ਲਿਬਾਸ ਕਿਸੇ ਨਬੀ ਤੇ ਉਤਰਿਆ ਹੋਵੇ ਆਇਤਾਂ ਦੇ ਇਲਾਵਾ, ਇਲਹਾਮ ਦੇ ਇਲਾਵਾ, ਤੇ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਝੂਠੇ। ਕੀ ਉਤਰਿਆ ਹੋਵੇ? ਖੁਦਾ ਦਾ ਬੇਟਾ ਮੰਨੋ, ਤੁਹਾਡੇ ਕੋਲ ਚੁਆਇਸ ਹੀ ਕੋਈ ਨਹੀਂ। ਉਹ ਨੁਤਫਾ ਵੀ ਅੱਲਾ ਦੀ ਤਰਫੋਂ ਆਇਆ, ਕਿਤਾਬ ਵੀ ਅੱਲਾ ਦੀ ਤਰਫੋਂ ਆਈ। ਦੱਸ ਦਿਓ ਭਾਈ, ਉਹ ਵਾਸਤੇ ਹੀ ਸਵਾਲ ਦੱਸ ਦੇ। ਉਹ ਸਵਾਲ ਦੱਸ ਤੇ ਦਿੱਤਾ, ਹੋਰ ਕੀ ਦਿੱਤਾ? ਕੀ ਸਵਾਲ ਹੈ? ਸਵਾਲ ਇਹ ਸੀਗਾ ਕਿ ਕੁਰਾਨ ਦੇ ਅੰਦਰ ਉਹ ਤਨਕੀਦ ਜਿਹੜੀ ਮੌਜੂਦ ਆਇਤੇ ਮੌਜੂਦ ਨੇ, ਉਹਨਾਂ ਦਾ ਕੀ ਕਰਨਾ ਹੈ? ਕਿਉਂਕਿ ਅਸੀਂ ਤੇ ਆਸ਼ਿਕ ਰਸੂਲ ਹਾਂ, ਉਹਨਾਂ ਦਾ ਪੜ੍ਹਨਾ ਬੰਦ ਕਰ ਦਈਏ। ਪਹਿਲਾ ਉਹ ਸਵਾਲ ਸੁਣ ਲਿਆ ਮੈਂ, ਸਵਾਲ ਉਹਦਾ ਮੈਂ ਦੇਣਾ ਜੋ ਠੀਕ ਹੈ, ਸਵਾਲ ਸਮਝ ਆ ਗਿਆ। ਦੂਸਰਾ ਸਵਾਲ ਹੈ ਵਾ ਕਿ ਅਗਰ ਆਸਮਾਨ ਤੋਂ ਅੱਲਾ ਕਹਿੰਦਾ ਮੈਂ ਲਿਬਾਸ ਉਤਾਰੀ, ਅੱਲਾ ਕਹਿੰਦਾ ਮੈਂ ਕਿਤਾਬ ਉਤਾਰੀ, ਤੇ اللہ کہندا ہے نہ تمہارے خون اور گوشت خدا تعالیٰ تک پہنچیں گے. کوئی لباس کسی نبی دے اندر اگر اتریا ہے مادی یا جسمانی طور تے تے مرزا غلام احمد قادیانی جھوٹے, کیونکہ وہ نبی دے اوتے لباس اتردا ہے تے لباس ہونا تے اتریا نہیں, تے گل ختم. بس دو سوال نے, جزاک اللہ. کوئی سمجھ نہیں آئی دوسرے سوال تو علیم صاحب تمہیں سمجھ آئی کوئی؟ وہ پوچھنا چاہ رہے ہیں کہ قرآن مجید دے وچ آسان الفاظ چ ہے کہ انبیاء تے لباس اتردا ہے. تسی دس دیو انبیاء تے لباس اتردا ہے؟ ہاں جی, تو لباس کتے لکھا ہے قرآن دے وچ کہ انبیاء تے لباس اتردا ہے؟ آیت نمبر 26, سورہ ہجر دی آیت نمبر 26, سورہ ہجر آیت نمبر 26. وہ دے وچ کتے لکھا ہے کہ انبیاء دے اوتے لباس اتردا ہے؟ وہ اللہ کہندا میں نے لباس اتارا جو تمہاری زینت کے طور پر ہے, اور رہا تقوی کا لباس وہ تو بہترین لباس ہے. سورہ حج دی آیت 37 کہ تمہارے گوشت اور خون خدا تعالیٰ تک نہیں پہنچتے, لیکن تمہارا تقوی. چڑھنا بھی دس دیتا گیا, نزول بھی دس دیتا گیا. پھر اللہ کہتا انسان کو گلے سڑے کھنکتی ہوئی مٹی سے پیدا کیا. اللہ نے تے دی ڈارون دی تھیوری قرآن تے دس دی. ہن مینوں دسو کی کرنا ہے؟ وہ یہ کتنے ٹر جاتا ہے اینوں پتہ نہیں. جہڑے آمد ہے وہ انج دا ہی آمد ہے علیم صاحب. سمپل سوال انہاں کو دوں چوں دساں فکریں سوال نہیں ہو سکتا. ڈارون دی تھیوری کتنے گئی, لباس کتنے گیا, تے نطفہ کتنے گیا, تے عیسیٰ علیہ السلام دے معجزات کتنے گئے, تے قرآن پتہ نہیں کیڑا سوال ہے. من تے سمجھ نہیں آ رہی سوال کی ہے. میرے خاموش رہو زاہد صاحب. سوال ہے وا کہ نبی دا کوئی پیمانہ تے دسو. نبی نو کوئی انگوٹھی دتی جاندی آ, کوئی لاٹھی دتی جاندی آ, کوئی قلم دتا جاندا ہے, سانو پتہ چلے کہ احمد مرزا غلام احمد قادیانی کتنے لکھیا ہے لاٹھی دتی جاندی ہے, انگوٹھی دتی جاندی ہے, قلم دتا جاندا ہے؟ کتنے لکھیا ہے؟ اوئے ایہی تے میں دس رہے ہیں. سانو پتہ کس طرح چلے گا کیڑا نبی سچا کیڑا جھوٹا ہے؟ نبی تے غیب تے ایمان لے کے آندا ہے, تے غیب دی چیزاں دے جڑے تسی دلائل دو گے او بھی غیب وانگو چیلنجنگ ہی ہون گے. یہی وجہ ہے کہ نبی دے چاچا بھی ایمان نہیں لے کے آندا نبی دے اوتے. نبی دے ارد گرد دے لوگ جڑے امین تے صدیق اونوں سمجھدے او بھی ایمان نہیں لے کے آندے. آپ کو سمجھ آئی تے انہوں سوال نے بھی دی؟ انکار کر دیتا. کیوں انکار کر دیتا دسو مینوں؟ کیونکہ حضرت صلی اللہ علیہ وسلم غیب دا خدا دس دے پے سیگے. جھگڑا جڑا ہے وہ سوال کی ہے, وہ پڑھو بندہ پڑھو لے جاؤ سپتال. تسی سمجھ نہیں رہے. اصل چ ہے کہ بندے دا جڑا علم زیادہ ہوئے اودے سوال دی تہاڈی عقل تو ود سوال ہوندا, او تہاڈی عقل چ نہیں ہونا. اسی وہ ساڈی اپروچ ہونی نہیں ہے کہ میں لباس تو اتاریا, پھر ہار منو. وہ لباس کی ہوندا ہے؟ نہیں اسی تو مننے بھی بھائی گل ختم.
ਉਹਨਾਂ ਦਾ ਕਹਿਣ ਦਾ ਮਤਲਬ ਹੈ ਵੇ ਕਿ ਸਾਨੂੰ ਉਸ ਜਗ੍ਹਾ ਤੇ ਲੈ ਜਾਓ ਜਿੱਥੇ ਚਪਾਹੇ ਨਾਜ਼ਲ ਹੁੰਦੇ ਨੇ, ਜਿੱਥੇ ਲਿਬਾਸ ਨਾਜ਼ਲ ਹੁੰਦੇ ਨੇ, ਜਿੱਥੇ ਲੋਹਾ ਨਾਜ਼ਲ ਹੁੰਦਾ, ਸਾਨੂੰ ਉਹ ਜਗ੍ਹਾ ਜਾ ਕੇ ਵਹਾਓ। ਹਾਂ ਅੱਛਾ, ਇਹ ਚਾਹੁੰਦੇ ਨੇ। ਹਾਂਜੀ, ਕਿੱਥੇ ਜੇ ਉਹ ਜਗ੍ਹਾ, ਵਰਨਾ ਤੁਸੀਂ ਸਾਈਆਂ ਨਾਲੋਂ ਅੱਗੇ ਹੋ। ਹਾਂ ਇਹ ਸਵਾਲ ਹੈ, ਚਲੋ ਤਸਦੀਕ ਕਰਾ ਲਓ, ਪੁੱਛ ਲਓ ਨੇ। ਬਿਲਕੁਲ ਇਹੀ ਸਵਾਲ ਆ ਕਿ ਹਜ਼ਰਤ ਈਸਾ ਜਦੋਂ ਮਾਂ ਦੇ ਦੁੱਧ ਦੇ ਉੱਤੇ ਗੁਜ਼ਾਰਾ ਕਰਦੇ ਪਏ ਸੀ, ਉਹਨਾਂ ਨੂੰ ਉਦੋਂ ਵੀ ਉਹਨਾਂ ਨੂੰ ਜ਼ਕਾਤ ਦਾ ਹੁਕਮ ਸੀਗਾ। ਕਿਹਦੇ ਤੇ ਜ਼ਕਾਤ ਦੇ ਰਹੇ ਸੀਗੇ? ਨਬੀ ਜ਼ਕਾਤ ਨੂੰ ਅਗਰ ਅਰਕਾਨ ਇਸਲਾਮ ਬਣਾ ਕੇ ਜਾਂਦਾ ਹੈ ਤੇ ਕਿਹੜੀ ਵੱਡੀ ਗੱਲ ਆ? ਨਬੀ ਕਿੱਥੋਂ ਦੀ ਹੋ ਗਿਆ? ਨਬੀ ਤੇ ਉਹ ਹੋਏਗਾ ਜਿਹੜਾ ਅਸਮਾਨੋਂ ਤੋਂ ਜਿਹਨੂੰ ਮੰਨੋ ਸਲਵਾ ਹਰ ਵੇਲੇ ਹੀ ਉਤਰਦਾ ਰਵੇ। ਨਬੀ ਇਸ ਡਿਜ਼ਾਈਨ ਤੇ ਇਮਾਨ ਹੀ ਨਹੀਂ ਲੱਗਿਆ। ਉਹਨੇ ਫਟ ਜਾਣਾ, ਵਰਨਾ ਇਹਨੇ ਫਟ ਜਾਣਾ ਦੇ ਆਮਰ ਨੇ। ਨਬੀ ਨੂੰ ਨਮਾਜ਼ ਇੱਕ ਗੱਲ ਕਰਕੇ ਉਹਦੇ ਬਾਅਦ ਦੂਜੀ ਤੋਂ ਬਾਅਦ ਤੀਜੀ, ਸਵਾਲ ਹੈ ਹੀ ਨਹੀਂ। ਓਏ ਲੌਜੀਕ ਤੁਹਾਡੀ ਸਮਝ ਵਿੱਚ ਆ ਜਾਏ ਨਾ। ਮੇਰੀ ਗੱਲ ਸੁਣੋ, ਨਬੀ ਨੂੰ ਨਮਾਜ਼ ਇਸਤਸਕਾ ਸਿਖਾਈ ਜਾਂਦੀ ਹੈ, ਕੋਈ ਐਸੀ ਨਮਾਜ਼ ਨਹੀਂ ਸਿਖਾਈ ਜਾਂਦੀ। ਲੈ ਜਾਓ ਤੇ ਜਾ ਕੇ ਦਾਖਲ ਕਰਾਓ ਇਹਨਾਂ ਨੂੰ। ਤੇ ਦਿਮਾਗ ਦਾ ਅੱਧੇ ਨਾਲ ਤੇ ਜ਼ਿਆਦਾ ਬਿਮਾਰ ਨੇ ਤੁਹਾਡੇ ਬੰਦੇ। ਲੀਨ ਸਾਹਿਬ ਸਵਾਲ ਇਹਨਾਂ ਕੀ ਕਰਨਾ ਨਹੀਂ, ਅਵਰ ਇੰਟੈਲੀਜੈਂਟ। ਮੈਂ ਅਸਲ ਵਿੱਚ ਡੇਵਿਡ ਸਾਹਿਬ ਦਾ ਤਲਕ ਜਿਹੜਾ ਵੈ ਉਹ ਜਮਾਤ ਤੋਂ ਨਹੀਂ ਹੈ, ਉਹ ਨਾਲ ਮੈਂ ਤਾਂ ਹੀ ਚੁੱਕਿਆ ਕਿ ਉਹ ਐਕਸਪਲੇਨ ਕਰ ਸਕਣ। ਕਰ ਦੇਣ, ਅਗਰ ਉਹਨਾਂ ਨੂੰ ਸਮਝ ਆ ਗਈ ਤੇ ਕਰਾ ਲਓ ਉਹਨਾਂ ਕੋਲੋਂ। ਮੇਰੀ ਗੱਲ ਸੁਣੋ, ਲੋਕੀ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦੇ ਝੂਠ ਲੱਭਦੇ ਆ। ਉਹ ਮੈਂ ਕਹਿੰਦਾ ਝੂਠ ਲੱਭਣ ਦੀ ਕੀ ਜ਼ਰੂਰਤ ਆ? ਉਹਨਾਂ ਦੀ ਕਿਤਾਬ ਇਸਲਾਮੀ ਅਸੂਲ ਦੀ ਫਿਲਾਸਫੀ ਦੁਨੀਆ ਦੇ ਸਾਹਮਣੇ ਰੱਖ ਦੋ। ਉਹਨੂੰ ਬੋਲੋ ਕਿ ਦੁਨੀਆ ਦੇ ਅੰਦਰ ਕੈਸਾ ਨਬੀ ਆਇਆ ਹੈ ਜਿਹੜਾ ਕਿਤਾਬ ਦਾ ਟਾਈਟਲ ਹੀ ਹੈ ਦੇ ਰਿਹਾ ਇਸਲਾਮੀ ਅਸੂਲ ਦੀ ਫਿਲਾਸਫੀ। ਹੈਲੋ ਝੂਠ ਸਾਬਿਤ ਕਰਨ ਦੀ ਲੋੜ ਲੈ ਲਓ ਸਵਾਲ। ਕਿਉਂਕਿ ਫਿਲਾਸਫੀ ਮੈਂ ਤਾਂ ਮਿਹਨਤ ਕੀਤੀ ਸੀ, ਇੱਕ ਸਵਾਲ ਬੜਾ ਹੈ। ਜਾ ਸਕਦਾ ਇਸਲਾਮ ਸਾਬਿਤ ਹੀ ਨਹੀਂ ਕੀਤਾ ਜਾ ਸਕਦਾ ਬਗੈਰ ਫਿਲਾਸਫੀ। ਮੈਂ ਤਾਂ ਠੀਕ ਹੈ, ਇਸ ਬੰਦੇ ਨੂੰ ਚੁੱਪ ਕਰਾ ਲਓ, ਇੱਕ ਸਵਾਲ ਹੀ ਬੜਾ ਹੈ। ਔਰ ਤੁਸੀਂ ਮੈਨੂੰ ਇਹ ਦੱਸੋ, ਪਹਿਲੇ ਸਵਾਲ ਦਾ ਜਵਾਬ ਦਿਓ ਅਮਰਜੀਤ ਸਾਹਿਬ। ਤੁਸੀਂ ਇਹ ਆਇਤ ਕਰ ਦੋ ਸਾਬਿਤ। ਪਹਿਲੇ ਸਵਾਲ ਦਾ ਜਵਾਬ ਦੇ ਦਿੰਦੇ ਆ ਤੇ ਦੂਜਾ ਇਹਨਾਂ ਨੂੰ ਆਖੋ ਇਹਨਾਂ ਦਾ ਨਾਮ ਕੀ ਹੈ? ਉਹ ਭਾਜੀ ਜ਼ਰਾ ਚੁੱਪ ਕਰ ਜੋ, ਉਹਨੂੰ ਜਵਾਬ ਦੇ ਲੈਣ ਦਿਓ। तुसी ए आयत साबित ही नहीं कर सकते कि हमने इंसान को गले सड़े कीचड़ की खनकती हुई मट्टी से पैदा किया बगैर फलसफे दे। अगली सुनो तुसी जे गल मुक्की तां दस्सियो। ਇਹ ਚੌਕਾਂ ਤੇ ਨਹੀਂ ਖਲੋਤੇ ਹੁੰਦੇ ਜਿਹੜੇ ਉਹ ਆਪਣੇ ਬੋਲੀ ਜਾਂਦੇ ਨੇ। ਉਹਦਾ ਸਵਾਲ ਬੜਾ ਵਾਜ਼ਿਹ ਹੈ, ਜਵਾਬ ਦਿਓ। ਕੀ ਸਵਾਲ ਹੈ, ਤੁਸੀਂ ਦੱਸ ਦਿਓ। पहला सवाल के कुरान दी उन्हां आयतां दा की करना है ਉਹ ਸੁਣ ਲਿਆ, ਉਹ ਤਾਂ ਸਮਝ ਆ ਗਿਆ। ਦੂਜੇ ਸਵਾਲ ਦੀ ਗੱਲ ਪੁੱਛੋ। ਉਹ ਇਮਾਮ ਨਮਾਜ਼ ਦੇ ਨਮਾਜ਼ ਜਿਹਨੂੰ ਪੜਾਉਂਦਾ ਇਮਾਮ, ਉਹ ਪੜੇ ਜਾਂ ਨਾ ਪੜੇ? ਤਨਕੀਦ ਦੱਸੋ ਮੈਨੂੰ। ਉਹ ਇਹ ਤੇ ਆ ਗਿਆ ਸਮਝ। ਸਵਾਲ ਦੂਜੇ ਦੀ ਨਹੀਂ ਸਮਝ ਵੀ ਆਉਂਦੀ ਆ। ਸੀਕਰ ਸਾਹਿਬ ਆ ਗਏ ਨਾ, ਮੈਨੂੰ ਸਮਝ ਆ ਗਈ। ਇਹਨਾਂ ਨੂੰ ਮੈਨੂੰ ਆ ਗਈ ਇਹਨਾਂ ਕੋਲ ਪੁੱਛ ਲਓ ਜਵਾਬ ਜੀ। ਸੀਕਰ ਸਾਹਿਬ ਜਵਾਬ ਦਿਓ। ਸਾਹਿਬ ਆਮਰ ਨਜ਼ੀਰ ਸਾਹਿਬ, ਤੁਹਾਡੀ ਖੁਸ਼ਕਿਸਮਤੀ ਹੈ ਕਿ ਇਹਨਾਂ ਨੂੰ ਇੱਕ ਖਲੀਫਾ ਨੇ ਲਗਾਮ ਪਾਈ ਹੈ, ਵਰਨਾ 312 ਤੁਹਾਡੇ 22 ਲੱਖ ਤੋਂ ਭਾਰੇ ਨੇ ਜੀ। ਇੰਜ ਹੀ ਗੱਲ ਹੈ। ਇਹ ਤਾਂ ਇਕੱਲਾ ਹੀ ਭਾਰਾ ਮੇਰੇ ਖਿਆਲ ਸਾਰੇ ਪਾਕਿਸਤਾਨ। ਮੈਂ ਸਮਝਾ ਦੇਣਾ ਆਮਰ ਨਜ਼ੀਰ ਸਾਹਿਬ ਨੂੰ, ਮੈਂ ਸਵਾਲ ਸਮਝਾ ਦੇਣਾ। ਬਿਲਕੁਲ ਐਸੇ ਤਰ੍ਹਾਂ ਹੈ ਜਦੋਂ ਹਜ਼ਰਤ ਮਸੀਹ ਮੌਦ ਅਲੈਹਿ ਸਲਾਮ ਨੇ ਇਹ ਕਿਤਾਬ ਲਿਖ ਦਿੱਤੀ ਇਸਲਾਮੀ ਅਸੂਲ ਕੀ ਫਿਲਾਸਫੀ, ਕਿ ਇਹਦੇ ਬਾਅਦ ਕੋਈ ਲਿਮਿਟ ਨਹੀਂ, ਇਹਦੇ ਬਾਅਦ ਲਿਮਿਟ ਖਤਮ ਹੋ ਜਾਂਦੀ ਹੈ ਫਿਲਾਸਫੀ ਦੀ। ਹਰ ਫਿਲਾਸਫੀ ਆਏਗੀ ਕੁਰਾਨ ਦੇ ਅੰਦਰ। ਬਸ ਇੰਨੀ ਜੀ ਗੱਲ ਤੇ ਮੈਂ ਸਮਝਾ ਦਵਾਂ ਅਮਰਜੀਤ ਸਾਹਿਬ ਸਵਾਲ। ਤੁਸੀਂ ਸਮਝਾ ਦਿਓ ਵੀ ਸਾਡੀ ਸਮਝ ਤੋਂ ਬਾਹਰ। ਉਹ ਕਹਿ ਰਹੇ ਨੇ ਜੇ ਬ੍ਰਾਇਲ ਲਾਰਾ ਨੇ ਛੱਕਾ ਮਾਰਿਆ ਤੇ ਸਚਿਨ ਟੈਂਡੂਲਕਰ ਕਿਉਂ ਆਊਟ ਹੋਇਆ? ਦੂਜੀ ਗੱਲ ਉਹ ਇਹ ਕਹਿ ਰਹੇ ਨੇ ਕਿ ਜੇ ਵਸੀਮ ਅਕਰਮ ਰਨ ਆਊਟ ਹੋ ਗਿਆ ਤੇ ਇਮਰਾਨ ਖਾਨ ਨੇ ਵਰਲਡ ਕੱਪ ਕਿਉਂ ਜਿੱਤ ਲਿਆ? ਸੀਰੀਅਸ ਗੱਲ ਹੋ ਰਹੀ ਹੈ। ਇੰਜ ਦਾ ਇੱਕ ਸਵਾਲ ਹੈ, ਜੇ ਜ਼ਮੀਨ ਗੋਲ ਹੈ ਤੇ ਚਾਵਲ ਸਫੈਦ ਨੇ। ਬਿਲਕੁਲ ਇਸ ਤਰ੍ਹਾਂ ਜ਼ਮੀਨ ਗੋਲ ਹੈ ਨਾ, ਜਦੋਂ ਇਹ ਪਤਾ ਚੱਲ ਜਾਂਦਾ ਹੈ ਬੱਚੇ ਨੂੰ ਜਿਓਗ੍ਰਾਫੀਆ ਦਾ ਮਜ਼ਮੂਨ ਪੜਾਉਣਾ ਤੁਸੀਂ ਬੰਦ ਨਹੀਂ ਕਰ ਦਿੰਦੇ। ਇਸੇ ਗੱਲੇ ਚਾਵਲ ਸਫੈਦ ਨੇ ਕਿਉਂਕਿ ਜ਼ਮੀਨ ਗੋਲ ਹੈ। ਜੀ ਜਨਾਬ। ਹਾਂਜੀ ਨਹੀਂ ਬਾਕੀ ਤੁਸੀਂ ਆਲਮ ਹੋ। ਆਹੋ, ਉਹਦੇ ਬਾਅਦ ਜਿਓਗ੍ਰਾਫੀਆ ਦਾ ਮਜ਼ਮੂਨ ਖਤਮ ਨਹੀਂ ਹੋ ਜਾਂਦਾ। ਅਗਰ ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਮੁਕੰਮਲ ਤਾਲੀਮ ਲੈ ਕੇ ਆਇਆ, ਕਦੀ ਕਿਸੇ ਯਹੂਦੀ, ਈਸਾਈ ਜਾਂ ਬੁੱਧਿਸਟ ਜਾਂ ਹਿੰਦੂ ਨੇ ਤੁਹਾਡਾ ਸ਼ੁਕਰੀਆ ਅਦਾ ਕੀਤਾ? ਉਸ ਮੁਕੰਮਲ ਤਾਲੀਮ ਦਾ ਬਹੁਤ ਤੁਸੀਂ ਤੁਹਾਡਾ ਹੋਵੇ ਸ਼ੁਕਰੀਆ, ਸਾਡਾ ਬਹੁਤ ਫਾਇਦਾ ਕੀਤਾ, ਕਦੀ ਕੀਤਾ? ਘਰ ਦੇ ਅੰਦਰ ਬੈਠੇ ਹੋਏ ਕਰਦੇ ਪਏ ਜੇ ਦਾਅਵੇ ਤੁਸੀਂ। ਉਹ ਹਾਰਿਸ ਸੁਲਤਾਨ ਜਿਹੜਾ ਹੈ ਉਹ ਖੁੱਲੇਆਮ YouTube ਦੇ ਅੰਦਰ ਉਹੀ ਗੱਲਾਂ ਕਰ ਰਿਹਾ, ਕਦੀ ਉਹਦੇ ਨਾਲ ਜਾ ਕੇ ਕੀਤੀ ਆ ਖਿਤਾਬਤ, ਕਦੀ ਉਹਦੀ ਗੱਲਾਂ ਦੇ ਜਵਾਬ ਦਿੱਤੇ ਆ? ਉਹਦੇ ਗੱਲਾਂ ਦੇ ਜਵਾਬ ਬਗੈਰ ਫਲਸਫੇ ਦੇ ਦਿੱਤੇ ਹੀ ਨਹੀਂ ਜਾ ਸਕਦੇ। ਹਾਰਿਸ ਸੁਲਤਾਨ ਤੇ ਮੇਰੇ ਕੋਲ ਮੁਲਹਿਦ ਨਹੀਂ ਜਿਹੜਾ ਉਹ ਇਸ਼ਾਰਾ ਉਧਰ ਉਹ ਕਰ ਰਹੇ ਸੀ। ਮੈਂ ਉਹੀ ਆ
ਜਮਾਤੇ ਅਹਿਮਦੀਆ ਦਾ ਹਰ ਸਵਾਲ ਦਾ ਜਵਾਬ ਐਸਾ ਜਵਾਬ ਹੁੰਦਾ ਹੈ ਕਿ ਜਿਹੜਾ ਮੁਲਹਿਦ ਨੂੰ ਚੁੱਪ ਕਰਾ ਸਕੇ, ਸਿਰਫ ਮੁਸਲਮਾਨਾਂ ਨੂੰ ਨਹੀਂ। ਮੁਸਲਮਾਨਾਂ ਨੂੰ ਅਸੀਂ ਚੁੱਪ ਕਰਾ ਕੇ ਕੀ ਕਰਨਾ ਹੈ? ਉਹ ਤੇ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦਾ ਆਪਣਾ ਈਮਾਨ 53 ਸਾਲ ਤੱਕ ਉਹੀ ਸੀਗਾ ਜਿਹੜਾ ਦੂਸਰੇ ਮੁਸਲਮਾਨਾਂ ਦਾ ਸੀ। ਉਹਨਾਂ ਨੇ ਉਹਦੇ ਤੋਂ ਐਕਸਕਿਊਜ਼ ਕੀਤਾ। ਜੀ ਸੀਕਰ ਸਾਹਿਬ ਬੋਲੇ, ਮੈਂ ਕਿਹਾ ਚੁੱਪ ਕਰਾ ਦਿੰਦੇ ਨੇ, ਮੁਲਕ ਵੀ ਪਰੇਸ਼ਾਨ ਹੋ ਜਾਂਦਾ ਕਿ ਮੈਂ ਮੁਲਕ ਤੇ ਮੈਂ ਸੀ। ਜੀ ਡੇਵਿਡ ਸਾਹਿਬ, ਇਹ ਮੇਰੇ ਖਿਆਲ 'ਚ ਲਾਜਵਾਬ ਨਹੀਂ ਹੈ ਸਵਾਲ ਦਾ ਜਵਾਬ ਦੇਣਾ ਨਹੀਂ ਚਾਹ ਰਹੇ। ਸਵਾਲ ਤਾਂ ਬੜਾ ਸਿੱਧਾ ਜਿਹਾ ਹੈ। ਇਹਨਾਂ ਨੂੰ ਇਹ ਅਮਨ ਨਜ਼ੀਰ ਸਾਹਿਬ ਤੇ ਸੀਕਰ ਸਾਹਿਬ ਹੁਣ ਗੱਲ ਨੂੰ ਘੁਮਾ ਰਹੇ ਨੇ। ਅਸਲ 'ਚ ਜਿਹੜੀ ਵੱਡੇ ਜ਼ਿਆਦਾ ਜ਼ਹਿਨੀਅਤ ਦਾ ਮਾਲਕ ਬੰਦਾ ਹੁੰਦਾ, ਉਹਦਾ ਸਵਾਲ ਜਿਹੜਾ ਹੁੰਦਾ ਆਮ ਬੰਦੇ, ਇਹਨਾਂ ਦੇ ਇਹ ਜਿਹੜੇ ਛੋਟੇ ਮੁੱਲਾ ਨੇ, ਇਹਨਾਂ ਦੀ ਸਮਝ 'ਚ ਨਹੀਂ ਆਉਂਦਾ। ਦੇਖੋ ਸਰ ਜੀ, ਮੇਰੀ ਅਰਜ਼ ਸੁਣੋ, ਬੜੇ ਕੰਮ ਦੀ ਗੱਲ ਦੱਸਣ ਲੱਗਾ। ਮੁਲਹਿਦ ਜਿਹੜਾ ਹੈ ਨਾ, ਉਹ ਤੁਹਾਨੂੰ ਸਵਾਲ ਪੁੱਛਦਾ ਹੈ ਕਿ ਦੁਨੀਆ ਦੇ ਅੰਦਰ ਇੰਨੇ ਲੰਗੜੇ ਲੂਲੇ ਲੋਕ ਨੇ, ਇੰਨੇ ਭੁੱਖ ਨੰਗਾ, ਤੁਸੀਂ ਆਪਣੀ ਦੁਆਵਾਂ ਦੇ ਨਾਲ ਇਹ ਲੋਗੋ ਜਿਹੜੇ ਅੱਲਾ ਤੇ ਇਮਾਨ ਰੱਖਦੇ ਜੇ, ਉਹ ਕਿਉਂ ਨਹੀਂ ਠੀਕ ਕਰ ਦਿੰਦੇ? ਉਹਨਾਂ ਦੇ ਲਿੰਪਸ ਕਿਉਂ ਨਹੀਂ ਗਰੋ ਹੋ ਕੇ ਆ ਜਾਂਦੇ? ਉਹਦਾ ਕੀ ਜਵਾਬ ਆ? ਉਹਦਾ ਜਵਾਬ ਹੈ ਵਾ ਇਹੀ ਜਵਾਬ ਹਜ਼ਰਤ ਮਸੀਹ ਮਊਦ अलैहिस्सलाम ਨੇ ਦੇ ਦਿੱਤਾ ਹੋਇਆ ਹੈ। ਇਹਨਾਂ ਨੇ ਖੁਦ ਤਨਕੀਦ ਪੜ੍ਹ ਕੇ ਸੁਣਾਈ ਹੋਈ ਆ। ਕੁਝ ਕ੍ਰਿਸਚਨ ਜਿਹੜੇ ਆ ਲੰਗੜੇ ਲੂਲੇ ਲੈ ਕੇ ਆ ਗਏ, ਉਹਨਾਂ ਨੇ ਕਿਹਾ ਇਹਨਾਂ ਨੂੰ ਠੀਕ ਕਰ ਦਿਓ, ਅਸੀਂ ਤੁਹਾਡੇ ਤੇ ਇਮਾਨ ਲੈਂਦੇ ਆ। ਉਹਨਾਂ ਨੇ ਕਿਹਾ ਕਿ ਨਬੀ ਇਸ ਡਿਜ਼ਾਈਨ ਤੇ ਇਮਾਨ ਹੀ ਨਹੀਂ ਰੱਖਦਾ। ਅਗਰ ਨਬੀ ਬਜ਼ਾਤੇ ਖੁਦ ਇਸ ਡਿਜ਼ਾਈਨ ਤੇ ਇਮਾਨ ਰੱਖਦਾ ਹੋਵੇ, ਉਹ ਤੇ ਜਦੋਂ ਨਬੂਵਤ ਦਾ ਦਾਵਾ ਆਪ ਕਰਦਾ ਹੈ ਤੇ ਉਹਦੇ ਉੱਤੇ ਤਕਾਲੀਦ ਦਾ ਪਹਾੜ ਨਾਜ਼ਿਲ ਹੋ ਜਾਂਦਾ ਹੈ। ਹਜ਼ਰਤ ਸੱਲੱਲਾਹੁ ਅਲੈहि ਵਸੱਲਮ ਨੂੰ ਜਹਾਦ ਕਰਨ ਦੀ ਕੀ ਜ਼ਰੂਰਤ ਸੀਗੀ? ਸਹਾਬਾ ਸ਼ਹੀਦ ਕਰਾਉਣ ਦੀ ਕੀ ਜ਼ਰੂਰਤ ਸੀਗੀ? ਅਗਰ ਅਸਮਾਨੋਂ ਤੋਂ ਚੀਜ਼ੋਂ ਦਾ ਨਜ਼ੂਲ ਹੁੰਦਾ ਹੋਵੇ। ਖਲੋ ਜਾਓ ਇੱਕ ਮਿੰਟ ਨਾ, ਹੁਣ ਇੱਕ ਮਿੰਟ ਬ੍ਰੇਕ ਤੇ ਪੈਰ ਰੱਖੋ ਵਾਲਾ, ਇੱਕ ਮਿੰਟ ਖਲੋ ਜਾਓ ਵਾਲਾ ਜ਼ਾਹਿਰ ਸਾਹਿਬ। ਹਾਂ, ਜੇ ਮਿਰਜ਼ਾ ਸਾਹਿਬ ਐਸੇ ਖਲੋ ਤੇ ਜਾਓ, ਉਹ ਖਲੋ ਤੇ ਜਾਓ ਭਾਈ, ਮਾਲੇ ਗਨੀਮਤ ਦੀ ਉਹ ਜ਼ਰੂਰਤ ਭਾਈ ਖਲੋ ਜਾਓ, ਚੁੱਪ ਕਰ ਜਾਓ ਇੱਕ ਮਿੰਟ ਜੀ, ਮੂੰਹ ਚ ਪਾ। ਅੱਧਾ ਘੰਟਾ ਹੋ ਗਿਆ ਬੋਲਦੇ, ਮੈਂ ਪਿਆ ਕਰਨਾ। ਅਲਫਾਜ਼ਾਂ ਦਾ ਚੁਣਾਵ ਠੀਕ ਕਰੋ ਅਮਨ ਨਜ਼ੀਰ। ਅਗਰ ਮੈਂ ਬਸ਼ੀਰਾ ਫਿਲਮ ਮੈਂ ਹੀ ਲਿਖੀ ਸੀ, ਚਲੋ ਓਏ ਹੋਏ ਪੇ ਕਰਦੇ ਨੇ ਤੇ ਲਫ਼ਾਜ਼ਾਂ ਦਾ ਚੁਣਾਵ ਸਾਨੂੰ ਹੀ ਆਖੋ, ਅਸੀਂ ਸਹੀ ਰੱਖਣੇ ਆ ਜੀ। ਓਏ 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 ਲੱਗਿਆ। ਮੈਂ ਇਹ ਪਿਆਨਾ ਕਿ ਅਗਰ ਮਿਰਜ਼ਾ ਸਾਹਿਬ ਕੋਲ ਕੋਈ ਨਿਸ਼ਾਨ ਨਹੀਂ ਸੀ ਤੇ ਮਿਰਜ਼ਾ ਸਾਹਿਬ ਨੇ 22 ਮਈ ਤੋਂ ਲੈ ਕੇ ਤੇ 26 ਮਈ ਤਾਈਂ ਕਿਉਂ ਰੋਲਾ ਪਾਈ ਰੱਖਿਆ ਮਾਰਟਨ ਕਲਾਰਕ ਦੀ ਕੋਠੀ 'ਚ ਕਿ ਬਈ ਦਊਂ ਜੋ ਸੱਚਾ ਮਜ਼ਹਬ ਉਹਦਾ ਏ ਜਿਹਦੇ ਕੋਲ ਕੋਈ ਨਿਸ਼ਾਨ ਹੈ। ਜੇ ਤੁਹਾਡੇ ਕੋਲ ਕੋਈ ਨਿਸ਼ਾਨ ਨਹੀਂ ਤੇ ਮੈਨੂੰ ਆਖੋ, ਮੈਂ ਨਿਸ਼ਾਨ ਪੇਸ਼ ਕਰ ਦੇਣਾ। ਤੇ ਸਾਈਆਂ ਨੇ ਆਖਿਆ ਚਲੋ ਕਰ ਦਿਓ ਨਿਸ਼ਾਨ ਪੇਸ਼। ਫਿਰ ਤੁਸੀਂ ਅੱਜ ਚੌਥਾ ਦਿਨ ਰੋਲਾ ਪਾਇਆ ਨਿਸ਼ਾਨ ਪੇਸ਼ ਕਰ ਦਿਓ, ਨਿਸ਼ਾਨ ਵਾਲਾ ਮਜ਼ਹਬ ਸੱਚਾ ਹੈ। ਨਿਸ਼ਾਨ ਤੇ ਤੁਹਾਡੇ ਕੋਲ ਕੋਈ ਨਿਸ਼ਾਨ ਹੈ ਤੇ ਤੁਸੀਂ ਪੇਸ਼, ਉਹ ਕਿਹੜਾ ਫਿਰ ਨਿਸ਼ਾਨ ਸੀ ਜਿਹੜਾ ਮਿਰਜ਼ਾ ਸਾਹਿਬ ਉਹਨਾਂ ਨੂੰ ਚੈਲੰਜ ਕਰਦੇ ਸੀ? ਜੰਗੇ ਮੁਕੱਦਸ ਪੜ੍ਹੀ ਜੇ? ਤੁਸੀਂ ਮੈਨੂੰ ਇਹ ਦੱਸੋ ਕਿ ਨਬੀ ਨੂੰ ਕੋਈ ਐਸੀ ਨਮਾਜ਼ ਸਿਖਾਈ ਜਾਂਦੀ ਹੈ ਕਿ ਨਮਾਜ਼ ਪੜ੍ਹੇ ਤੇ ਬੱਚੇ ਦੇ ਖਤਨੇ ਹੋ ਜਾਣ? ਮੇਰੇ ਸਵਾਲ ਦਾ ਜਵਾਬ ਦਿਓ। ਮਿਰਜ਼ਾ ਸਾਹਿਬ ਕਿਹੜੇ ਨਿਸ਼ਾਨ ਦਾ ਉਹਨਾਂ ਨੂੰ ਚੈਲੰਜ ਕਰਦੇ ਸੀ ਈਸਾਈਆਂ ਨੂੰ, ਅਗਰ ਇਹਨਾਂ ਕੋਲ ਨਿਸ਼ਾਨ ਕੋਈ ਨਹੀਂ ਸੀ? ਹਾਂ, ਗੱਲ ਸ਼ੁਰੂ ਤੋਂ ਸ਼ੁਰੂ ਹੋਏਗੀ ਨਾ, ਗੱਲ ਹਜ਼ਰਤ ਆਦਮ ਤੋਂ ਸ਼ੁਰੂ ਹੋਏਗੀ। ਮੈਨੂੰ ਇਹ ਦੱਸੋ, ਨਬੀ ਨੂੰ ਨਮਾਜ਼ ਇਸਤਸਕਾ ਤੇ ਸਿਖਾਈ ਜਾ ਰਹੀ ਹੈ ਕਿ ਉਹ ਬਾਹਰ ਕਿੱਥੇ ਲਿਖਿਆ ਹੈ ਹਜ਼ਰਤ ਆਦਮ ਦੇ ਬਾਰੇ ਇਹ ਗੱਲ? ਕਿੱਥੇ ਲਿਖੀ ਹੈ ਹਜ਼ਰਤ ਆਦਮ ਦੇ ਬਾਰੇ ਗੱਲ? ਕਿੱਥੇ ਲਿਖੀ ਹੈ? ਲੇਕਿਨ ਇੰਨੀ ਜਿਹੜੀ ਛੋਟੀ ਜਿਹੀ ਚੀਜ਼ ਆ ਬੱਚੇ ਦੇ ਭਾਈ, ਇਹ ਗੱਲ ਕਿੱਥੇ ਲਿਖੀ ਹੈ? ਮੈਂ ਜਿਹੜੀ ਗੱਲ ਕੀਤੀ ਹੈ ਉਹ ਤੇ ਜੰਗੇ ਮੁਕੱਦਸ ਲਿਖੀ ਹੈ। ਤੁਸੀਂ ਜਿਹੜੀ ਗੱਲ पे ਹਜ਼ਰਤ ਆਦਮ ਦੇ ਬਾਰੇ ਆਂਦੇ ਹੋ, ਇਹ ਕਿੱਥੇ ਲਿਖੀ ਹੈ? ਕਿਉਂਕਿ ਤੁਹਾਨੂੰ ਇਸਲਾਮ ਦੀ ਲੌਜਿਕ ਹੀ ਨਹੀਂ ਪਤਾ। ਤੁਹਾਨੂੰ ਪਤਾ ਹੈ ਨਾ, ਉਹ ਕਿਤਾਬ ਦੱਸੋ, ਥਾਂ ਦੱਸੋ ਕਿੱਥੇ ਲਿਖੀ ਹਜ਼ਰਤ ਆਦਮ ਦੇ ਬਾਰੇ ਗੱਲ। ਮਤਲਬ ਸਾਰੇ ਨਬੀਆਂ ਦੇ ਮੁਤਾਲਿਕ ਮਤਲਬ ਕੀ ਕਿਤਾਬ ਦੱਸੋ ਕਿੱਥੇ ਲਿਖੀ? ਮੈਂ ਦੱਸਿਆ ਜੰਗੇ ਮੁਕੱਦਸ। ਮਿਰਜ਼ਾ ਸਾਹਿਬ ਨੇ ਆਖਿਆ ਨਿਸ਼ਾਨ 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 ਨਿਸ਼ਾਨ, ਉਹਨਾਂ ਆਖਿਆ ਲੋ ਕਰੋ ਨਿਸ਼ਾਨ ਪੇਸ਼, ਤੇ ਮਿਰਜ਼ਾ ਸਾਹਿਬ ਨੇ ਹੱਸ ਕੇ ਵਹਾ ਛੜਿਆ। ਓਏ ਐਵੇਂ ਅਗਰ ਮਿਰਜ਼ਾ ਸਾਹਿਬ ਕੋਲ ਕੋਈ ਨਿਸ਼ਾਨ ਨਹੀਂ ਸੀ ਤੇ ਮਿਰਜ਼ਾ ਸਾਹਿਬ ਨੇ ਕਿਉਂ ਰੋਲਾ ਪਾਇਆ ਸੀ ਨਿਸ਼ਾਨ? ਜਿਹਦੇ ਕੋਲ ਨਿਸ਼ਾਨ ਹੈ ਮਜ਼ਹਬ ਉਹਦਾ ਸੱਚਾ ਹੈ, ਜਿਹਦੇ ਕੋਲ ਨਿਸ਼ਾਨ ਹੈ ਮਜ਼ਹਬ ਉਹਦਾ ਸੱਚਾ ਹੈ। ਉਹਨਾਂ ਆਖਿਆ ਲੋ ਜੀ, ਜੇ ਤੁਹਾਡੇ ਕੋਲ ਕੋਈ ਨਿਸ਼ਾਨ ਹੈ ਤੇ ਲੋ ਕਰ ਲੋ ਪੇਸ਼। ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦਾ ਨਿਸ਼ਾਨ ਸੁਣ ਕੀ ਆ? ਉਹ ਕਹਿੰਦੇ ਆ ਕਿ ਕੁਝ ਬਿਮਾਰ ਲੋਕ ਲਵੋ, ਉਹਨਾਂ ਦਾ ਕੁर्रा ਪਾਓ ਤੇ ਉਹ ਕੁर्रे ਦੇ ਵਿੱਚੋਂ 10 ਬੰਦੇ ਮੈਨੂੰ ਦੇ ਦਿਓ, 10 ਤੁਸੀਂ ਲੈ ਲਓ, ਮੈਂ ਉਹਨਾਂ ਲਈ ਦੁਆ ਕਰਾਂਗਾ। ਇਹ ਨਹੀਂ ਕਿ ਮੈਨੂੰ ਸਾਰੇ ਕੈਂਸਰ ਦੇ ਦਿਓ। ਕੁर्रा ਪਾਓ, ਕੁर्रे ਦੇ ਵਿੱਚੋਂ ਦੀ ਕੁਝ ਮੈਨੂੰ ਦੇ ਦਿਓ, ਕੁਝ ਮਤਲਬ ਜਿਹੜੇ ਹੋ ਸਕਦਾ ਹੈ ਕਿ ਕੈਂਸਰ ਵਾਲੇ ਜਿਹੜੇ ਨੇ ਉਹ ਮੇਰੇ ਲਾਵਣ ਦੀ ਬਜਾਏ ਤੁਹਾਡੇ ਵੱਲ ਚਲੇ ਜਾਣ। ਠੀਕ ਹੈ, ਮੈਂ ਸਮਝ ਗਿਆ ਨਾ, ਸਮਝ ਗਿਆ। ਮਿਰਜ਼ਾ ਸਾਹਿਬ ਨੇ ਆਖਿਆ ਬਈ ਕੁर्रा ਪਾ ਲਓ। ਅਲੀਮ ਸਾਹਿਬ ਗੱਲ ਗੌਰ ਨਾਲ ਸੁਣਿਓ, ਕੁर्रा ਪਾ ਲਓ, 10 ਮਰੀਜ਼ ਲੈ ਲਓ, ਕੋਈ ਖਾਂਸੀ ਬੁਖਾਰ ਵਾਲੇ, ਜ਼ੁਕਾਮ ਵਾਲੇ ਤੇ ਕੋਈ ਜਨਾਬ ਕੈਂਸਰ ਵਾਲੇ। ਤੇ ਇਹ ਨਾ ਕਰੋ ਕਿ ਸਾਰੇ ਕੈਂਸਰ ਵਾਲੇ ਮੇਰੇ ਵੱਲ ਹੀ ਘੱਲ ਦਿਓ। ਹੋ ਸਕਦਾ ਹੈ ਕੈਂਸਰ ਵਾਲੇ ਤੁਹਾਡੇ ਵੱਲ ਚਲ ਜਾਣ ਜਿਸੇ ਕੁर्रा ਪਾਈਏ, ਤੇ ਮੈਨੂੰ ਖਾਂਸੀ ਬੁਖਾਰ ਵਾਲੇ ਲੱਭ ਜਾਣ, ਉਹਨਾਂ ਵਾਸਤੇ ਦੁਆ ਕਰਾਂਗੇ। ਜਿਹਦਾ ਮਰੀਜ਼ ਸਹੀ ਹੋ ਗਿਆ ਉਹ ਸੱਚਾ ਹੈ। ਇਹ ਜੇ ਮਿਰਜ਼ਾ ਸਾਹਿਬ ਦੀ ਸਦਾਕਤ ਦੀ ਦਲੀਲ। ਕੈਸਾ ਲੱਗਾ? ਉਹਦੀ ਵਜ੍ਹਾ ਕੀ ਆ? ਉਹਦੀ ਵਜ੍ਹਾ ਇਹ ਵਾ ਕਿ ਨਬੀ ਨੂੰ ਕੋਈ ਐਸੀ ਨਮਾਜ਼ ਨਹੀਂ ਸਿਖਾਈ ਜਾਂਦੀ ਕਿ ਨਮਾਜ਼ ਪੜ੍ਹੇ ਤੇ ਬੱਚੇ ਦੇ ਖਤਨੇ ਹੋ ਜਾਣ। ਉਹ ਬਾਰਿਸ਼ ਤੇ ਕਰ ਸਕਦਾ ਹੈ,
ਉਹ ਕਿੱਥੇ ਲਿਖਿਆ ਹੈ? ਉਹ ਕਿਹਨੇ ਆਖਿਆ ਇੰਜ ਹੋਇਆ? ਕਿੱਥੇ ਲਿਖਿਆ ਹੈ ਭਾਈ? ਇਹ ਕਿੱਥੇ ਲਿਖਿਆ ਹੈ? ਹਜ਼ਰਤ ਸੱਲੱਲਾਹੁ ਅਲੈहि ਵਸੱਲਮ ਨੂੰ ਨਮਾਜ਼ ਇਸਤਿਸਕਾ ਪੜ੍ਹੀ ਨਹੀਂ ਹਜ਼ਰਤ ਸੱਲੱਲਾਹੁ ਅਲੈहि ਵਸੱਲਮ ਨੇ? ਮੈਂ ਜਿਹੜੀ ਗੱਲ ਪੁੱਛੀ ਹੈ ਪੁੱਛਣਾ ਪਿਆ, ਉਹ ਦੱਸੋ ਕਿੱਥੇ ਲਿਖੀ ਹੈ? ਖਤਨੇ ਵਾਲੀ, ਖਤਨੇ ਵਾਲੀ ਕਿ ਕਿਹੜੀ ਖਤਨੇ ਵਾਲੀ ਗੱਲ? ਨਮਾਜ਼ ਪੜ੍ਹੀ ਤੇ ਖਤਨੇ ਹੋ ਗਏ। ਕਿੱਥੇ ਲਿਖਿਆ ਨਮਾਜ਼ ਪੜ੍ਹੀ ਤੇ ਖਤਨੇ ਹੋ ਗਏ? ਮੈਂ ਤੇ ਤੁਹਾਨੂੰ ਇਹ ਦੱਸ ਰਿਹਾ ਕਿ ਕੋਈ ਐਸੀ ਨਮਾਜ਼ ਨਹੀਂ ਆ। ਨਹੀਂ ਕਿਹੜੇ ਲਿਖੀ ਤੇ ਐਵੇਂ ਗੱਪਾਂ ਮਾਰਨੀਆਂ ਸ਼ੁਰੂ ਕੀਤੀਆਂ। ਜਿਹੜੀ ਗੱਲ ਕੀਤੀ ਪਹਿਲਾਂ ਉਹਦਾ ਦੱਸ ਲਓ ਕਿ ਮਿਰਜ਼ਾ ਸਾਹਿਬ ਨੂੰ ਜੇ ਉਹਨਾਂ ਨੇ ਆਖਿਆ ਕਿ ਤੁਸੀਂ ਨਿਸ਼ਾਨ ਪੇਸ਼ ਕਰੋ ਤੇ ਮਿਰਜ਼ਾ ਸਾਹਿਬ ਉਹਨਾਂ ਨੂੰ ਹੱਸ ਕੇ ਵਹਾਤ ਛੜਿਆ। ਤੁਸੀਂ ਆਂਦੇ ਨਹੀਂ, ਮਿਰਜ਼ਾ ਸਾਹਿਬ ਦਾ ਮਤਲਬ ਇਹ ਸੀ ਕਿ 10 ਮਰੀਜ਼ ਲੈ ਆਓ, ਕੁर्रा ਪਾ ਲਓ, ਜਿਹੜੇ ਮਰੀਜ਼ ਮੇਰੇ ਹਿੱਸੇ ਆਏ ਮੈਂ ਉਹਨਾਂ ਵਾਸਤੇ ਦੁਆ ਕਰਾਂਗਾ, ਜਿਹੜੇ ਤੁਹਾਡੇ ਹਿੱਸੇ ਆਏ ਤੁਹਾਡੇ ਤੁਸੀਂ ਉਹਨਾਂ ਵਾਸਤੇ ਦੁਆ ਕਰਿਓ। ਕੋਈ ਜ਼ਰੂਰੀ ਤੇ ਨਹੀਂ ਹੈ ਕਿ ਮਿਰਜ਼ਾ ਸਾਹਿਬ ਵਾਲ ਕੈਂਸਰ ਦੇ ਮਰੀਜ਼, ਕੀ ਪਤਾ ਮਿਰਜ਼ਾ ਸਾਹਿਬ ਵਾਲ ਖਾਂਸੀ ਬੁਖਾਰ ਵਾਲੇ ਮਰੀਜ਼ ਆ ਜਾਣ ਤੇ ਦੂਜੇ ਪਾਸੇ ਕੈਂਸਰ ਵਾਲੇ ਟੁਰ ਜਾਣ ਤੇ ਮਿਰਜ਼ਾ ਸਾਹਿਬ ਸੱਚੇ ਸਾਬਤ ਹੋ ਜਾਣ। ਆ ਗਈ ਗੱਲ ਸਮਝ ਵਿੱਚ? ਬਿਲਕੁਲ, ਕਿਉਂਕਿ ਦੁਆ ਦਾ ਮਿਰਜ਼ਾ ਸਾਹਿਬ ਆਪਣੇ ਆਪ ਨੂੰ ਸੱਚਾ ਸਾਬਤ ਕਰਨਾ ਚਾਹੁੰਦੇ ਸਨ। ਕਿਉਂ? ਹਰ ਨਬੀ ਦਾ ਇਹੀ ਆ, ਮੈਂ ਤੁਹਾਨੂੰ ਦੱਸਿਆ ਨਾ। ਹਰ ਨਬੀ ਨੂੰ ਛੱਡ ਦੋ, ਦੂਜਿਆਂ ਨੂੰ। ਮਿਰਜ਼ਾ ਸਾਹਿਬ ਇੰਜ ਆਪਣੇ ਆਪ ਨੂੰ ਸੱਚਾ ਸਾਬਤ ਕਰਨਾ ਚਾਹੁੰਦੇ ਸਨ ਕਿ ਤੁਸੀਂ ਮਰੀਜ਼ਾਂ ਦਾ ਪਾ ਲਓ ਕੁर्रा ਤੇ ਫਿਰ ਜਿਹੜੇ ਮਰੀਜ਼ ਮੇਰੇ ਹਿੱਸੇ ਆਵਣ ਦੇ ਮੈਂ ਉਹਨਾਂ ਵਾਸਤੇ ਦੁਆ ਕਰਾਂਗਾ, ਜਿਹੜੇ ਤੁਹਾਡੇ ਹਿੱਸੇ ਆਵਣ ਦੇ ਤੁਸੀਂ ਉਹਨਾਂ ਵਾਸਤੇ ਦੁਆ ਕਰਿਓ। ਉਹ ਮੇਰੀ ਇਹ ਜੇ ਨਬੀ ਮਰਜ਼ਾਈਓ ਤੁਹਾਡਾ। ਓਏ ਮੁਲਹਿਦ ਤੇ ਸਵਾਲ ਕਰ ਰਿਹਾ, ਜਾਓ ਜਾ ਕੇ ਉਹਦਾ ਜਵਾਬ ਦੇ ਦਿਓ। ਉਹ ਇੰਜ ਲਾਜ ਇੰਜ ਮੌਜਜ਼ੇ ਵਹਾਏ ਜੇ ਮਿਰਜ਼ਾ ਸਾਹਿਬ ਨੇ। ਬਿਲਕੁਲ ਬਿਲकुल, ਇਹਦੇ ਇਲਾਵਾ ਮੌਜਜ਼ਾ ਹੀ ਕੋਈ ਨਹੀਂ। ਅਗਰ ਮੌਜਜ਼ਾ ਹੈਗਾ ਤੇ ਨਬੀ ਦੁਆ ਮੰਗ ਕੇ ਬੱਚੇ ਦੇ ਖਤਨੇ ਕਿਉਂ ਨਹੀਂ ਕਰ ਦਿੰਦਾ? ਮੈਨੂੰ ਇਹ ਦੱਸੋ। ਹਾਂ, ਦੁਆ ਅਲੀਮ ਸਾਹਿਬ ਮੌਕਾ ਦਿਓ ਜਰਾ। ਸੁਭਾਨ ਅੱਲਾਹ। ਅਲੀਮ ਸਾਹਿਬ ਬਾਰਿਸ਼ ਉਹ ਕਰਵਾ ਲੈਂਦਾ ਅੱਲਾਹ को, पर बच्चे के खतने नहीं कर सकता। और पहले नबी का डिजाइन तो समझो। बड़ी अक्ल पाई, बड़ी अक्ल पाई जी। अंदर नबी का ये डिजाइन भी कोई बंदा ਅਲੀਮ ਸਾਹਿਬ ਦੀ ਹਕੀਕਤ ਨੂੰ ਨਾ ਪਹਿਚਾਣੇ ਤੇ ਉਹਦੀ ਬਦਕਿਸਮਤੀ ਹੈ ਨਾ। ਤੁਹਾਡਾ ਆਪਣਾ ਮਿਰਜ਼ਾਈ ਬੰਦਾ ਪੈ ਕਹਿੰਦਾ ਹੈ ਕਿ ਮਿਰਜ਼ਾ ਸਾਹਿਬ ਨੇ ਆਖਿਆ ਮੁਖਾਲਫਾਂ ਨੂੰ ਕਿ ਭਾਈ ਅਸੀਂ ਕੁर्रा ਪਾ ਲਾਂਗੇ, ਲਾਟਰੀ ਪਾ ਲਾਂਗੇ। ਤੁਸੀਂ ਬੋਲੋ, ਕਰ ਲਓ ਪੂਰੀ ਗੱਲ ਕਰ ਲਓ। ਸਭ ਬੋਲਦੇ ਨੇ। ਮੇਰੀ ਗੱਲ ਖਤਮ ਹੋ ਗਈ ਹੈ। ਚਲੋ ਮੈਂ ਕਹਿ ਮੇਰਾ ਗੌਰ ਕਰਨ ਦੀ ਸਿਰਫ ਜ਼ਰੂਰਤ ਰਹਿ ਜਾਂਦੀ ਹੈ। ਮਿਰਜ਼ਾ ਸਾਹਿਬ ਕੀ ਚਾਹੁੰਦੇ ਸਨ, ਕਿੰਜ ਸੱਚਾ ਸਾਬਤ ਹੋ ਕੇ ਵਹਾਣਾ ਚਾਹੁੰਦੇ ਸਨ ਲੋਕਾਂ ਨੂੰ। ਬਿਲਕੁਲ ਮੇਰਾ ਗਿਲਾ ਹੈ ਅਲੀਮ ਸਾਹਿਬ ਤੁਹਾਡੇ ਨਾਲ ਛੋਟਾ ਜਿਹਾ। ਕਿਹੜਾ ਜੀ? ਤੁਸੀਂ ਵੀ ਕਰ ਲਓ। ਮੈਂ ਗੱਲ ਕੀਤੀ ਜੀ, ਮੈਂ ਗੱਲ ਕੀਤੀ ਕਿ ਬ੍ਰਾਇਨ ਲਾਰਾ ਨੇ ਛੱਕਾ ਮਾਰਿਆ ਤੇ ਟੰਡੂਲਕਰ ਕਿਉਂ ਆਊਟ ਹੋਇਆ। ਤੁਸੀਂ ਕਿਹਾ ਇੱਥੇ ਸੀਰੀਅਸ ਗੱਲ ਹੋ ਰਹੀ। ਉਹਨਾਂ ਆਖਿਆ ਕਿਹੜੀ ਨਮਾਜ਼ ਹੈ ਜਿਹਦੇ ਬਾਅਦ ਖਤਨੇ ਹੋਏ ਨੇ। ਛੱਕੇ ਨੂੰ ਛੱਡ, ਐਡਾ ਤੂੰ ਹੁਸ਼ਿਆਰ, ਕੋਈ ਕੰਮ ਦੀ ਗੱਲ ਦੱਸ ਮੈਨੂੰ। ਸਿਰਫ ਇਹ ਦੱਸ ਇਹ ਦੇਖੋ ਹੁਣ ਇਹ ਪਰਸਨਲ ਹੋ ਰਹੇ ਨੇ, ਡਾਇਰੈਕਟ ਗੱਲ ਕਰ ਰਹੇ ਮੈਨੂੰ। ਸਾਹਿਬ ਲੈਦਾ ਨੂੰ ਪਰਾਂ ਹੋ ਰਹੀ ਹੈ। ਸਾਰੇ ਦੋਸਤ ਵਿੱਚ ਹੋ ਰਹੇ ਸੰਜੀਦਾ ਲੋग बैठे थे सारे। क्या अच्छा मेरी बारी में गलत कर रहे हो। संजीदा बात हो रही है आप क्या नबी साहब बोलेंगे अब? गौर से सुनिए ना यार, मुझे बात तो पूरी करने दो ना। क्या नबी इस डिजाइन पर ईमान लेकर आता है कि वो दुआ मांगे और लंगड़े लूले? मेरा सवाल गलत सी, मेरा सवाल गलत सी। वो ग्रो होना शुरू मुकम मैं पूरा देना वा, रुक जाओ। मैं उस टाइम की सुते सवाल कर लिया सी, गलत कीता सी सवाल ਜਿਹੜਾ ਤੁਸੀਂ ਬੋਲਣ ਲੱਗ ਪਏ ਹੋ। मैं अर्ज कर रहा सिकर साहब कि वाकई संजीदा दोस्त ने, सारे संजीदा गुफ्तगू हो रही है। मैं ਤਾਂ ਉਹ ਜਨਾਬੇ ਅਲੀ ਉਹ ਤੁਹਾਨੂੰ ਕਿਹਾ ਸੀ। ਇਹ ਪੁੱਛੋ ਨਾ ਇਹਨਾਂ ਨੂੰ, ਕੁਰਾਨ ਦੀ ਕਿਹੜੀ ਆਇਤ ਹੈ ਜਿੱਥੇ ਨਬੀ ਨੂੰ ਦੁਆ ਸਿਖਾਈ ਜਾਂਦੀ, ਨਮਾਜ਼ ਸਿਖਾਉਂਦੇ ਤਾਂ ਖਤਨੇ ਹੋ ਜਾਂਦੇ ਨੇ? ਕਿਹੜੀ ਕੁਰਾਨ ਦੀ ਆਇਤ ਹੈ? ਪੁੱਛੋ ਨਾ ਜ਼ਰਾ ਇਹਨਾਂ ਨੂੰ। ਇਹ ਤੇ ਮੇਰਾ ਸਵਾਲ ਆ। ਸਵਾਲ ਮੇਰਾ ਵੀ ਸਵਾਲ ਸੀ ਕਿ ਲਾਰਾ ਨੇ ਛੱਕਾ ਮਾਰੇ, ਟੰਡੂਲਕਰ ਕਿਉਂ ਆਊਟ ਹੋਇਆ? ਦਿਓ ਉਹਦਾ ਜਵਾਬ। ਯਾਰ ਫਿਰ ਤੁਸੀਂ ਮਜ਼ਾਕ ਤੇ ਆ ਜਾਂਦੇ ਹੋ ਸਿਕਰ ਸਾਹਿਬ। ਤੇ ਉਹ ਸ਼ੁਰੂ ਕਿਹਨੇ ਕੀਤਾ? ਇਹ ਜੁਗਤਾ ਕਰਨੀਆਂ ਨੇ ਕਿਸੇ ਹੋਰ ਜਗ੍ਹਾ ਜਾ ਕੇ ਕਰੋ। ਤੇ ਉਹਨਾਂ ਨੂੰ ਸਮਝਾਓ ਨਾ ਜਿਨ੍ਹਾਂ ਨੇ ਸ਼ੁਰੂ ਕੀਤਾ। ਸੰਜੀਦਾ ਗੱਲ ਹੋ ਰਹੀ ਹੈ ਉੱਥੇ ਆ ਕੇ, ਪਤਾ ਨਹੀਂ ਕੀ ਗੱਲ ਹੈ ਵਿੱਚ। ਮੇਰੀ ਗੱਲ ਸੁਣੋ, ਨਬੀ ਨੂੰ ਨਮਾਜ਼ ਇਸਤਿਸਕਾ ਇਸ ਵਾਸਤੇ ਸਿਖਾਈ ਜਾਂਦੀ ਆ ਕਿ ਉਹ ਕਾਨੂੰਨ ਕੁਦਰਤ ਆ। ਲੇਕਿਨ ਨਬੀ ਨੂੰ ਕੋਈ ਐਸੀ ਨਮਾਜ਼ ਜਾਂ ਕੋਈ ਐਸੀ ਦੁਆ ਨਹੀਂ ਸਿਖਾਈ ਜਾਂਦੀ ਕਿ ਉਹ ਕਰੇ ਤੇ ਬੱਚੇ ਦੇ ਖਤਨੇ ਹੋ ਜਾਣ। ਇਹ ਗੱਲ ਦੱਸਣਾ ਕਿਉਂ ਜ਼ਰੂਰੀ ਆ? ਇਸ ਵਾਸਤੇ ਜ਼ਰੂਰੀ ਆ ਕਿ ਸਾਨੂੰ ਨਬੀ ਦਾ ਡਿਜ਼ਾਈਨ ਤੇ ਪਤਾ ਚੱਲੇ ਕਿ ਉਹ ਕਿਸ ਡਿਜ਼ਾਈਨ ਤੇ ਈਮਾਨ ਲੈ ਕੇ ਆਇਆ ਹੈ। ਕੀ ਹੁੰਦਾ ਨਬੀ ਦਾ ਡਿਜ਼ਾਈਨ? ਉਸੇ ਅੱਲਾਹ ਤੇ ਈਮਾਨ ਲੈ ਕੇ ਆਈਏ। ਕਿਆ ਨਬੀ ਆਪਣੇ ਦੁਆਵਾਂ ਦੇ ਨਾਲ ਲੰਗੜੇ ਲੂਲੇ ਲੋਕ ਜਿਹੜੇ ਉਹ ਠੀਕ, ਮਸਲਨ ਮਿਸਾਲ ਦੇਣਾ ਹੈ, ਜਦੋਂ ਹਜ਼ਰਤ ਸੱਲੱਲਾਹੁ ਅਲੈहि ਵਸੱਲਮ ਨੇ ਆਪਣਾ ਲੁਆਬ ਦਹਨ ਲਗਾ ਕੇ ਹਜ਼ਰਤ ਅਲੀ ਦੀ ਅੱਖਾਂ ਠੀਕ ਕੀਤੀਆਂ ਤੇ ਕਿਆ ਮੁਸਲਮਾਨਾਂ ਦੀ ਲਾਈਨ ਲੱਗ ਗਈ ਕਿ ਜੀ ਸਾਡੀ ਵੀ ਅੱਖਾਂ ਤੇ ਲਗਾਓ? ਕਿਆ ਇਹ ਇਸਲਾਮ ਹੈਗਾ? ਕਿਆ ਇਹਨੂੰ ਅਸੀਂ ਈਮਾਨ ਬਣਾ ਲਿਆ? ਕਿਆ ਅਸੀਂ ਇਹਨੂੰ ਅਰਕਾਨੇ ਇਸਲਾਮ ਬਣਾ ਲਿਆ? ਇਹ ਨਹੀਂ ਹੋਇਆ, ਇਹ ਨਹੀਂ ਹੋਇਆ। ਉਹ ਯਾਰ, ਉਹ ਨਬੀ ਦੀ ਆਖਰੀ ਹੱਲ ਹੁੰਦਾ ਹੈ ਉਹਦਾ। ਅੱਛਾ, ਦੇਖੋ ਕੋਈ ਉਹਦੇ ਇਲਾਵਾ ਇਲਾਜ ਨਹੀਂ ਆ। ਅਗਰ ਇਤਫਾਕਨ ਹੋ ਗਿਆ ਤੇ ਉਹ ਸਾਡੇ ਮਜ਼ਹਬ ਦਾ ਹਿੱਸਾ ਨਹੀਂ। ਅੱਛਾ, ਇਤਫਾਕਨ ਹੋ ਗਿਆ। ਸੱਲੱਲਾਹੁ ਅਲੈहि ਵਸੱਲਮ ਦੇ ਜ਼ਮਾਨੇ ਦੇ ਅੰਦਰ ਕਿਸੇ ਦੀ ਅੱਖ ਕਮਜ਼ੋਰ ਹੋਣੀ ਨਹੀਂ ਚਾਹੀਦੀ ਸੀ। ਚਲੋ ਬਸ ਹੋ ਗਈ ਗੱਲ, ਤੁਹਾਡੀ ਗੱਲ ਹੋ ਗਈ। ਲੋ ਜੀ, ਮੈਂ ਅਗਰ ਤੁਹਾਡਾ ਈਮਾਨ ਹੈਗਾ, ਮੇਰੀ ਗੱਲ ਸੁਣੋ, ਅਗਰ ਤੁਹਾਡਾ ਇਹ ਈਮਾਨ ਹੈਗਾ ਕਿ ਹਜ਼ਰਤ ਈਸਾ ਨੂੰ ਮਨੋ ਸਲਵਾ ਨਾਜ਼ਿਲ ਹੁੰਦਾ ਸੀ, ਉਹ ਤਾਂ ਨਾਜ਼ਿਲ ਹੁੰਦਾ ਰਹਿੰਦਾ। ਅੱਲਾ ਦੇ ਘਰ ਕਮੀ ਆ? ਅੱਜ ਤੱਕ ਬਾਰਿਸ਼ ਹੋ ਰਹੀ ਆ, ਨਾਜ਼ਿਲ ਹੋ ਰਹੀ ਆ, ਬਾਰਿਸ਼ ਹੋਣੀ ਬੰਦ ਠੀਕ ਹੋ ਗਿਆ ਨਾ, ਮਨੋ ਸਲਵਾ ਕਿਉਂ ਬੰਦ ਹੋ ਗਿਆ?
ਚਲੋ ਠੀਕ ਹੋ ਗਿਆ। ਅਗਰ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨਾ ਹੁੰਦੇ ਤੇ ਯਕੀਨ ਮੰਨੋ ਤੁਸੀਂ ਸਾਰੇ ਕ੍ਰਿਸਚੀਅਨ ਹੋ ਕੇ ਹੋਣਾ ਸੀਗਾ। ਹਾਂਜੀ ਹਾਂਜੀ, ਅਸੀਂ ਤਾਂ ਮਰ ਗਏ ਹੁੰਦੇ ਉਸ ਟਾਈਮ ਤੇ, ਅਸੀਂ ਤਾਂ ਫਨਾ ਹੋ ਗਏ ਹੁੰਦੇ। ਤੇ ਚਲੋ ਜੀ, ਮੈਂ ਇਜਾਜ਼ਤ ਚਾਹਨਾ। ਅਲੀਮ ਸਾਹਿਬ ਦੇਖੋ, ਤੁਸੀਂ ਮੈਨੂੰ ਮਜ਼ਾਕ ਕਿਹਾ ਸੀ ਤੇ ਇਹ ਦੇਖੋ ਕਿੰਨੇ ਅੱਛੇ ਮਜ਼ਾਕ ਕਰ ਰਹੇ ਨੇ। ਤੇ ਬਾਕੀ ਮੈਂ ਰਿਮਾਈਂਡਰ ਆਪਣਾ ਟਾਈਮ ਆਮਨ ਨਜ਼ੀਰ ਭਾਈ ਨੂੰ ਦੇ ਰਿਹਾ ਤੇ ਇਹਨਾਂ ਨੂੰ ਜਜ਼ਾਕ ਅੱਲਾ। ट्रुथ सीकर साहब की बारी है ना, तो बाद नहीं, अलीम साहब एक छोटी सी बात मैं करना चाहता हूँ। जी आप भाई जी, आपकी बारी है। हाँ जी, वो ये है कि एक बंदा जो है पढ़ा लिखा बंदा एक कस्बे में गया, वहां पे एक अनपढ़ बंदा था, उसको थोड़ी वो तलीम सिखा रहा था। तो सबसे पहले उसने कहा कि पढ़ो अलफ, उसने पढ़ा अलफ। फिर उसने कहा पढ़ो बे, उसने पढ़ा बे। फिर उसने कहा पढ़ो पे, उसने पढ़ी पे। फिर उसने पढ़ो पे। उसने कहा भाई जो देहाती था ना, वो जो अनपढ़ था, कहता बस कर दो, मेरा दिमाग फट जाना है। तो यही हाल इस वक्त आमिर नजीर साहब का हो रहा है। तो बहरहाल मैं ये कहना चाहता था कि उनको समझ ही नहीं आ रही बात क्या हो रही है। और जाहिर साहब के सवाल बड़े सीधे हैं। पहला सवाल तो जो मैंने भी कहा था, स्टेरियल साहब अब आप बोल लें। वो लिबास जी बिस्मिल्लाह जज़ाकल्लाह। अर्ज मेरी ये है, मेरी एक दो जड़ियां ने ना वो गुजारिशां ने। सब तो पहले तो एक ये है कि मैं इन्हां नाल ਜਿਹੜੇ ਖੁਦ ਨੂੰ ਮੁਸਲਮਾਨ ਕਹਿੰਦੇ ਨੇ, ਇਹਨਾਂ ਨਾਲ 3-4 ਵਾਰੀ ਸਵਾਲ ਇਹ ਕੀਤਾ ਹੈ ਕਿ ਸਾਡੇ ਇਸਲਾਮ ਵਿੱਚ ਕਈ ਐਸੀਆਂ ਸ਼ਖਸੀਅਤ ਨੇ ਜਿਨ੍ਹਾਂ ਨੂੰ ਫੁੱਲ ਪ੍ਰੋਟੋਕਾਲ ਇੰਜੋਏ ਕਰ ਰਹੇ ਨੇ ਅੰਬੀਆ ਵਾਲਾ। ਹੁਣ ਕੱਲ ਵੀ ਮੈਂ ਹੁਣ ਟਿਕਟੌਕ ਇਹਦੇ ਤੇ ਹਰ ਚੀਜ਼ ਖੁੱਲ ਕੇ ਸਾਹਮਣੇ ਆ ਜਾਂਦੀ ਹੈ। ਅਜਮਤ ਕਾਦਰੀ ਸਾਹਿਬ ਨੂੰ ਸੁਣਿਆ ਸੀ ਕਿ ਉਹਨਾਂ ਦੇ ਇੱਕ ਮੁਰੀਦ ਦੀ ਵਫਾਤ ਹੋ ਗਈ। ਹੁਣ ਉਹਨਾਂ ਨੂੰ ਕਬਰ ਹੀ ਸਵਾਲ ਹੋ ਰਿਹਾ ਕਿ ਮਨ ਰੱਬੋ ਕਾ, ਤੇ ਉਹ ਸਾਰੇ ਜਿਹੜੇ ਸਵਾਲ ਨੇ, ਉਹਨਾਂ ਕਿਹਾ ਮੈਂ ਤੇ ਪਿਰਾਨੇ ਪੀਰ ਦਾ ਜਿਹੜਾ ਧੋਬੀ ਆ। ਤੇ ਉਹ ਸਾਰੇ ਸਵਾਲਾਂ ਦੇ ਬਾਅਦ ਉਹ ਜਿਹੜਾ ਸਵਾਲ ਫਰਿਸ਼ਤੇ ਪੁੱਛਣ, ਉਹਨਾਂ ਕਿਹਾ ਮੈਂ ਤੇ ਉਹਨਾਂ ਦਾ ਧੋਬੀ ਆ ਜਿਹੜੇ ਪਿਰਾਨੇ ਪੀਰ ਨੇ, ਸ਼ੇਖ ਅਬਦੁਲ ਕਾਦਰ ਜਿਲਾਨੀ ਰਹਿਮਤੁल्लाह अलैह। ਤੇ ਬਾਅਦ ਵਿੱਚ ਉਹ ਵੀ ਅੰਦਰ ਦਾਖਲ ਹੋ ਗਏ। ਇਹਨਾਂ ਸਾਰੇ ਹਕਾਇਕ ਦੇ ਹੁੰਦੇ ਇਹ ਸਭ ਡਿਨਾਈ ਕਰਦੇ ਨੇ, ਇਹਨਾਂ ਗੱਲਾਂ ਦਾ ਜਵਾਬ ਕੋਈ ਨਹੀਂ ਦਿੰਦੇ। ਸਾਡੇ ਕੋਲ ਸਿਰਫ ਜਵਾਬ ਪੁੱਛਦੇ ਨੇ ਕਿ ਤੁਸੀਂ ਇਸ ਗੱਲ ਦਾ ਜਵਾਬ ਦਿਓ, ਇਸ ਗੱਲ ਦਾ ਜਵਾਬ ਦਿਓ, ਇਸ ਗੱਲ ਦਾ ਜਵਾਬ ਦਿਓ। ਇਸ ਦੌਰ ਦਾ ਵੀ ਮੈਂ ਤੁਹਾਨੂੰ ਉਸ ਦਿਨ ਦੱਸਿਆ ਸੀ ਕਿ ਉਹ ਫਲਾਣੇ ਨੂੰ ਦਿਖਾ ਵਿੱਚ ਆ ਗਿਆ ਕਿ ਫਲਾਣਾ ਬੰਦਾ ਜਿਹੜਾ ਉਹਦੀ ਹਸੀਅਤ ਇਹੀ ਹੈ ਜੋ ਮੇਰੀ ਹੈ। ਜਵਾਬ ਕਿਸੇ ਨੇ ਦਿੱਤਾ, ਪਤਲੀ ਗਲੀ ਚੋਂ ਨਿਕਲ ਗਏ। ਉਸ ਦਿਨ ਇੱਕ ਬੰਦਾ ਬੈਠਾ ਹੋਇਆ, ਉਹ ਜਮਾਤ ਚੋਂ ਨਿਕਲ ਕੇ ਇਹਨਾਂ 'ਚ ਗਿਆ। ਮੈਂ ਕਿਹਾ ਯਾਰ ਸਾਰੀਆਂ ਗੱਲਾਂ ਗਲਤ ਨੇ, ਇੱਕ ਬੈਤ 82 ਤੋਂ ਲੈ ਕੇ ਅੱਜ ਤੱਕ ਇੱਕ ਬੈਤ ਨਹੀਂ ਹੋਈ, ਤੂੰ ਕਿੱਧਰ ਗਿਆ? ਉਹਦੇ ਕੋਲ ਵੀ ਜਵਾਬ ਕੋਈ ਨਹੀਂ। ਔਰ ਮੇਰਾ ਫਾਈਨਲ ਸਵਾਲ ਜਿਹੜਾ ਹੈ ਆਮਰ ਨਜ਼ੀਰ ਸਾਹਿਬ ਨਾਲੇ, ਹੁਣ ਵੱਡੇ ਹੋ ਜਾਣ, ਇਹ ਕਿਤੇ ਇਟਲੀ ਵਗੈਰਾ ਜਾਂ ਇੱਧਰ ਕਿਤੇ ਰਹਿੰਦੇ ਨੇ। ਅਮਜਦ ਭਾਈ ਜਿਹੜੇ ਨੇ, ਤਾਹਿਰ ਅਮਜਦ ਸਾਹਿਬ, ਇਹ ਨਾਰਥ ਅਮਰੀਕਾ ਰਹਿੰਦੇ ਨੇ। ਇਹਨਾਂ ਹੁਣੇ ਉਹਨਾਂ ਤੇ ਇੱਕ ਚੀਜ਼ ਕਿਹਾ ਕਿ ਤੂੰ ਇਹ ਕਰਕੇ ਆਇਆ। ਮੈਂ ਪੁੱਛਣਾ ਚਾਹੀਦਾ ਸੀ ਸੇਮ ਟਾਈਮ ਤੇ ਦੋਵੇਂ ਕਿਹੜੀ ਬਾਰ ਵਿੱਚ ਬੈਠੇ ਸੀ? ਅਜ਼ਰਾ ਇਤਫਨਨ ਕਹਿ ਰਿਹਾ ਮੈਂ, ਐਨੀ ਗੱਲ ਹੈ। ਸਿਰਫ ਕਿਸੇ ਦੀ ਵੀ ਜ਼ਾਤ ਤੇ ਜਿਹੜਾ ਨਾ ਉਹ ਚੀਜ਼ ਲਗਾਣਾ ਨਹੀਂ ਹੋਣਾ ਚਾਹੀਦਾ, ਜ਼ਾਤ ਤੇ ਅਟੈਕ ਨਹੀਂ ਹੋਣਾ ਚਾਹੀਦਾ। ਤੇ ਮੈਂ ਕਹਿੰਦਾ ਵਾ ਉਹ ਸਟੇਰੀਅਲ ਦਾ ਪੂਰਾ ਵਾਕਿਆ ਉਹ ਇਹ ਸੀ ਕਿ ਫਿਰ ਬਾਅਦ ਚੋਂ ਉਹਨਾਂ ਨੇ ਆਖਿਆ ਕਿ ਫਿਰ ਜਾਂ ਤੇ ਸ਼ੇਖ ਅਬਦੁਲ ਕਾਦਰ ਜਿਲਾਨੀ ਜਾਣੇ ਤੇ ਉਹਦਾ ਧੋਬੀ ਹੈ ਤੇ ਉਹ ਜਾਣੇ, ਕਿਸੇ ਨੂੰ ਫਰਿਸ਼ਤਿਆਂ ਨੂੰ ਅਮਲ ਦਖਲ ਨਹੀਂ ਹੈ। ਉਹ ਇਖਤਿਆਰ ਸਾਡੇ ਕੋਲ ਨਹੀਂ ਹੈ। ਸਰ ਗੱਲ ਇਹ ਨਾ ਕਿ ਇੱਕ ਨਬੀ ਤੋਂ ਉੱਤੇ ਦਾ ਜਿਹੜਾ ਪ੍ਰੋਟੋਕੋਲ ਹੈ ਉਹ ਇੰਜੋਏ ਕਰ ਰਹੇ ਨੇ, ਅੱਜ ਤੱਕ ਕਰ ਰਹੇ ਨੇ, ਔਰ ਅੱਗੇ 100 ਸਾਲ 1000 ਸਾਲ 10,000 ਸਾਲ ਜਿੰਨੀ ਦੇਰ ਦੁਨੀਆ ਉਹਨਾਂ ਕਰਦੇ ਰਹਿਣਾ। ਠੀਕ ਹੈ, ਹੁਣ ਅਪਣਾਉਂਦੇ ਆ। ਅਮਰਜੀਤ ਸਾਹਿਬ ਤੁਸੀਂ ਮੈਨੂੰ ਇਸ ਸਵਾਲ ਦਾ ਜਵਾਬ ਦਿਓ ਕਿ ਕੁਰਾਨ ਮਜੀਦ ਦੇ ਵਿੱਚ ਜ਼ਾਹਿਰ ਸਾਹਿਬ ਨੇ ਜਦੋਂ ਦੱਸਿਆ ਹੈ ਕਿ ਉਹ ਲਿਬਾਸ ਦਾ ਜ਼ਿਕਰ ਹੈ, ਤੇ ਉਹ ਕਿਹੜਾ ਲਿਬਾਸ ਉਤਰਦਾ ਵਾ? ਅਸਲ ਦੇ ਵਿੱਚ ਉਹਨਾਂ ਦੀ ਤੇ ਮੈਂ ਗੱਲ ਸੁਣਦਾ ਸੌਂ ਗਿਆ ਸੀ। ਉਹ ਤੇ ਵਿਚਾਰੇ ਮਰੀਜ਼ ਆਦਮੀ ਨੇ ਤੇ ਮਰੀਜ਼ ਇਸ਼ਕ ਪਰ लानत खुदा की मर्ज बढ़ता गया। इस तरह क्यों इजाजत देते हैं ऐसी ये वहाबियत आके फिर बदबू फैलाती है और आप सुनते रहते हैं। इस वहाबियत बंद कर दिया करें जब ये उठने लगे। बिल्कुल इल्म की कमी ये मतलब बेहूदगी की बदबू फैलानी है। ये वहाबियत है जिसमें बदबू है, ढकना खोलेंगे तो गंद निकलेगा। मरज़ौटे नु चुप कराओगे कि मैं इन्हें चुप कराना? ये वहाबी नहुसत को, गलाजत को बंद करें। ज़ाहिर साहब आप अपना सवाल दोबारा रिपीट करें और टू दी पॉइंट बात करें, या आपस में ये काम ना करें। ज़ाहिर साहब सवाल करो अपना, रिपीट करना जरा। ਉਹਦਾ ਸਵਾਲ ਦਾ ਜਵਾਬ ਹਲ ਤੱਕ ਨਹੀਂ ਆ, ਮੈਂ ਵੀ ਸੁਣਨਾ ਚਾਹ ਰਿਹਾ ਜੀ। ਮੈਂ ਕਹਿ ਰਿਹਾ ਸਿੱਧਾ ਜਿਹਾ ਸਵਾਲ ਆ
ਨਬੀ ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਮਾਨੇ ਦੇ ਅੰਦਰ ਜਿਹੜੀ ਤਨਕੀਦ ਕੀਤੀ ਗਈ ਉਹਨੂੰ ਖੁਦਾ ਤਾਲਾ ਨੇ ਕਿਉਂ ਰਿਕਾਰਡ ਕਰਵਾਇਆ ਹੈ ਕੁਰਾਨ ਦੇ ਅੰਦਰ? ਤੇ ਇਮਾਮ ਜਦੋਂ ਆਂਦਾ ਹੈ ਤੇ ਉਹ ਤਨਕੀਦ ਪੜ੍ਹ ਕੇ ਇਮਾਮਤ ਕਰ ਰਿਹਾ ਹੁੰਦਾ ਹੈ। ਤੇ ਕੀ ਹੁਣ ਅਸੀਂ ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਦੇ ਇਸ਼ਕ ਦੇ ਅੰਦਰ ਉਹਨਾਂ ਆਇਤਾਂ ਨੂੰ ਪੜ੍ਹਨਾ ਬੰਦ ਕਰ ਦਈਏ? ਮਸਲਨ ਸੂਰੇ ਹਿਜਰ ਆਇਤ ਨੰਬਰ 6 ਤੇ 7 ਇੰਨਾ ਵੱਡਾ ਤਨਕੀਦ ਆ, ਇੰਨੀ ਵੱਡੀ, ਜਦੋਂ ਮੈਂ ਕਿਸੇ ਮੁਲਕ ਕੋ ਜਾਵਾਂਗਾ ਤੇ ਮੈਂ ਸਭ ਤੋਂ ਪਹਿਲੇ ਇਹ ਰੱਖਾਂਗਾ ਕੁਰਾਨ ਦੀ ਤਨਕੀਦ। ਕਿਉਂ? ਕਿਉਂਕਿ ਸਾਡਾ ਵਕਤ ਬਚੇ। तनकीद की है, आओ जरा सुनो 6 ते 7 सूरह हिजर। ऐ वो शख्स जिस पर जिक्र उतारा गया है यकीनन तू मजनू है। अगर तू सच्चों में से है तो मलाइका को हमारे पास क्यों नहीं लेकर आता? गौर कर कर देखो कि हज़रत सल्लल्लाहु अलैहि वसल्लम नू तनकीद की जा रही है, लेकिन हज़रत सल्लल्लाहु अलैहि वसल्लम हज़रत ईसा दे मुतालिक कहते हैं कि 2 फरिश्तों के कंधों पर हाथ रखे हुए उतरेगा। ਤੇ ਇਹਦਾ ਕਹਿਣ ਦਾ ਮਤਲਬ ਹੈ ਕਿ ਜਿਸ ਤਰ੍ਹਾਂ ਕੁਰਾਨ ਦੇ ਅੰਦਰ ਲਿਖਿਆ ਗਿਆ ਕਿ हमने इंसान को गले सड़े कीचड़ की खनकती हुई मट्टी से पैदा किया, ਇਹੀ ਹਜ਼ਰਤ ਮਸੀਹ ਮੌਊਦ अलैहिस्सलाम ਦਾ ਲੋਕ ਝੂਠ ਤਲਾਸ਼ ਕਰਨ ਦੀ ਕੋਸ਼ਿਸ਼ ਕਰਦੇ ਪਿਆ। ਕਿਸ ਗਲਤੀ ਦੇ ਅੰਦਰ ਆ? ਉਹਨਾਂ ਦੀ ਕਿਤਾਬ ਇਸਲਾਮੀ ਅਸੂਲ ਕੀ ਫਿਲਾਸਫੀ ਸਵਾਲ ਫਿਰ ਸ਼ੁਰੂ ਹੋ ਗਿਆ। ਇੱਕ ਮਿੰਟ ਕਿਉਂਕਿ ਫਿਲਾਸਫੀ ਦੇ ਬਗੈਰ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਨਹੀਂ ਜਾ ਸਕਦੇ। ਤੇ ਕਹਿਣਾ ਮਤਲਬ ਹੈ ਕਿ ਉਹ ਤਨਕੀਦ ਕੁਰਾਨ ਦੇ ਅੰਦਰ ਕਿਉਂ ਮੌਜੂਦ ਆ, ਉਹਨਾਂ ਆਇਤਾਂ ਨੂੰ ਪੜ੍ਹਿਆ ਜਾਏ ਜਾਂ ਨਾ ਪੜ੍ਹਿਆ ਜਾਏ। ਜਜ਼ਾਕੱਲਾ। ਠੀਕ ਹੈ 200 ਜੀ ਅਮਰਦੀਪ ਸਾਹਿਬ। ਇਹ ਬਜਾਏ ਇਸ ਦੇ ਕਿ ਇੰਨੀ ਲੰਮੀ ਗੱਲ ਕਰਦੇ, ਜਿਹੜੀਆਂ ਆਇਤਾਂ ਇਹਨਾਂ ਨੇ ਕਿਹਾ ਹੈ ਉਹਨਾਂ ਦਾ ਹਵਾਲਾ ਦੇ ਦਿਓ, ਕਿਹੜੀਆਂ ਆਇਤਾਂ ਨੇ? ਜ਼ਾਹਿਰ ਸਾਹਿਬ ਦਿਓ ਹਵਾਲਾ। ਕੁਰਾਨ ਦੀ ਪਹਿਲੇ ਰਕੂ ਦੇ ਅੰਦਰ ਉਹ ਇਤਰਾਜ਼ਾਤ ਭਰੇ ਹੋਏ ਨੇ, 100 ਦੇ ਕਰੀਬ ਐਸੀ ਆਇਤ ਨੇ। ਸੂਰੇ ਹਿਜਰ ਦੱਸ ਦਿਓ ਕਿਹੜੀਆਂ ਆਇਤਾਂ ਕਹੀਆਂ ਨੇ ਹੁਣ ਤੁਸੀਂ? ਸੂਰੇ ਹਿਜਰ ਆਇਤ 6 ਤੇ 7। ਸੂਰਾ ਹਿਜਰ ਦੀ ਆਇਤ 6 ਤੇ 7 ਕੀ ਲਿਖਿਆ ਉਹਦੇ ਵਿੱਚ? ਲਫ਼ਜ਼ ਦੁਹਰਾਣਾ ਜ਼ਰਾ। ਮੈਂ ਇਨ ਦਾ ਮੀਨਵਾਈਲ ਮੈਂ ਸੂਰਤ ਕੱਢਣ ਲੱਗਾ, ਸੂਰਤ ਮੈਂ ਤਲਾਸ਼ ਪੇ ਕਰਨਾ, 1 ਸੈਕਿੰਡ ਹੋਲਡ ਰੱਖਣਾ। ਕੀ ਲਿਖਿਆ ਉਹਦੇ ਵਿੱਚ ਸੂਰਾ ਹਿਜਰ ਦੀ 6 ਤੇ 7 ਨੰਬਰ ਆਇਤ ਵਿੱਚ? है वो शख्स जिस पर जिक्र उतारा गया है यकीनन तू मजनू है, अगर तू सच्चों में से है तो यकीनन तू मलाइका मजनू है। अस्तगफिरुल्लाह। एक मिनट लो जी, सूरा हिजर दी आयत नंबर 6 ਤੇ 7 ਵਿੱਚ ਅਗਰ ਇਹ ਲਫ਼ਜ਼ ਲਿਖੇ ਹੋਏ ਤੇ ਫਿਰ ਤੇ ਮੰਗਾਂਗਾ ਮੈਂ ਮਾਫੀ ਇਹਨਾਂ ਕੋਲੋਂ। ਅਗਰ ਨਾ ਲਿਖੇ ਹੋਏ ਤੇ ਫਿਰ ਇਹਨਾਂ ਦਾ ਕੀ ਇਲਾਜ ਹੋਣਾ ਚਾਹੀਦਾ ਜੀ? ਫਿਰ ਇਹਨਾਂ ਨੂੰ ਮੇਓ ਹਸਪਤਾਲ ਭੇਜਣਾ ਤੁਸੀਂ ਜਾਂ ਨਹੀਂ ਭੇਜਣਾ? ਮੈਂ ਤੇ ਅਲ ਇਸਲਾਮ ਤੋਂ ਪੜ੍ਹ ਕੇ ਦੱਸਿਆ। ਅਲ ਇਸਲਾਮ ਹੀ ਮੇਰੇ ਵੀ ਸਾਹਮਣੇ ਅਲ ਇਸਲਾਮ ਹੀ ਖੁੱਲਿਆ ਜੀ, ਹੁਣੇ ਚੈੱਕ ਕਰ ਲੈਣੇ ਦਸੀਆਂ ਨੇ। सूरा हिजर कितने नंबर सूरत है? आयत नंबर की है जी? 15 चैप्टर 15 आयत 6 ਤੇ 7। चैप्टर 15 यानी सूरत नंबर 15 है जी। चैप्टर जी जनाब। ਉਹ ਚੈਪਟਰ ਤੇ ਪਾਰੇ ਨੂੰ ਕਹਿੰਦੇ ਨੇ। ਉਹ ਚੈਪਟਰ ਪਾਰੇ ਨੂੰ ਨਹੀਂ ਕਹਿੰਦੇ ਯਾਰ। ਹਾਂ ਮੇਰੇ ਭਾਈ, ਸੂਰਤ ਜਿਹੜੀ ਹੈ ਅਲ ਹਿਜਰ ਤੇ ਉਹਦੀ ਆਇਤ 6 ਤੇ 7 ਹੈ, ਠੀਕ ਹੈ। ਤੇ ਅਲ ਹਿਜਰ ਜਿਹੜੀ ਹੈ ਨਾ 15ਵੀਂ ਸੂਰਤ ਹੈ, 15ਵੀਂ ਸੂਰਤ ਦੀ ਆਇਤ 6 ਤੇ 7 ਕਹਿ ਰਹੇ ਨੇ। ਇਹ ਬਗੈਰ ਇਹ ਬਿਸਮਿਲ੍ਲਾ 6 ਤੇ ਇਹ 7 ਹੈ। लो जी, ए वो शख्स जिस पर कुरान उतारा गया, जिस पर जिक्र उतारा गया। हाँ जी, की लिखा है जी? ਜ਼ਾਹਿਰ ਸਾਹਿਬ ਜਰਾ ਉਹ ਮਾਈਕ ਖੋਲੋ, ਬਾਕੀ ਬੰਦੇ ਹੁਣ ਮਾਈਕ ਬੰਦ ਰੱਖਿਓ, ਕੋਈ ਬੰਦਾ ਮਾਈਕ ਨਾ ਪਿੱਟੇ। ਕੀ ਲਿਖਿਆ ਜੀ ਇੱਥੇ? ਐ ਉਹ ਸ਼ਖਸ ਜਿਸ ਪਰ ਜ਼ਿਕਰ ਉਤਾਰਾ ਗਿਆ ਹੈ ਯਕੀਨਨ ਤੂੰ ਮਜਨੂ ਹੈ। ਇਹ ਕਿਹਨੇ ਆਖਿਆ? ਇਹ ਕੁਫਾਰ ਨੇ ਕਿਹਾ। ਤੇ ਫਿਰ ਇਹ ਵੀ ਆਖਣਾ ਸੀ ਨਾ ਨਾਲ। ਨਹੀਂ ਤੁਸੀਂ ਮਤਲਬ ਇਸ ਤਨਕੀਦ ਨੂੰ ਪੜਿਆ ਜਾਏ ਜਾਂ ਨਾ ਪੜਿਆ ਜਾਏ। ਮੈਂ ਤੇ ਪਹਿਲੇ ਹੀ ਕਿਹਾ ਕਿ ਦੁਨੀਆ ਨੇ ਜਿਹੜੀ ਤਨਕੀਦ ਕੀਤੀ, ਮੈਂ ਕਿਹਾ ਕਿ ਨਹੀਂ ਕਿਹਾ? ਉਹਨਾਂ ਆਇਤਾਂ ਨੂੰ ਪੜਿਆ ਜਾਏ ਜਾਂ ਨਾ ਪੜਿਆ ਜਾਏ, ਇਹੀ ਤੇ ਮੇਰਾ ਸਵਾਲ ਸੀਗਾ। ਨਹੀਂ, ਜਿਹੜਾ ਹੁਣ ਤੁਸੀਂ 1 ਮਿੰਟ ਪਹਿਲੇ ਆਇਤ ਦਾ ਤਰਜਮਾ ਪੜਿਆ, ਇਹੋ ਹੀ ਪੜਿਆ। ਇਹ ਉਹ ਸ਼ਖਸ ਜਿਸ ਪਰ ਜ਼ਿਕਰ ਉਤਾਰਾ ਗਿਆ ਹੈ ਯकीनन तू मजनू है, अगर तू सच्चों में से है तो मलाइका को हमारे पास क्यों नहीं लेकर आता? ਉਹ ਆਹੋ ਠੀਕ ਹੈ, ਪਰ ਇਹ ਅੱਲਾਹ ਤਾਲਾ ਦਾ ਕੌਲ ਤੇ ਨਹੀਂ ਹੈ। ਨਹੀਂ ਯਾਰ, ਮੈਂ ਤਾਂ ਸੀਗਾ ਕਿ ਕੁਰਾਨ ਦੇ ਅੰਦਰ ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਮਾਨੇ ਦੇ ਅੰਦਰ ਜਿਹੜੀ ਤਨਕੀਦ ਕੀਤੀ ਗਈ ਤੇ ਕੁਰਾਨ ਨੇ ਉਸ ਤਨਕੀਦ ਨੂੰ ਰਿਕਾਰਡ ਕੀਤਾ ਹੈ। ਤੇ ਕਿਆ ਅਸੀਂ ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਦੇ ਇੰਨੇ ਵੱਡੇ ਅਗਰ ਆਸ਼ਿਕ ਹਾਂ ਤੇ ਕਿਆ ਉਹਨਾਂ ਨੂੰ ਪੜ੍ਹਨਾ ਬੰਦ ਕਰ ਦਈਏ? ਇਹ ਮੇਰਾ ਸਵਾਲ ਸੀਗਾ ਕਿ ਨਹੀਂ ਸੀਗਾ? ਚਲੋ ਠੀਕ ਹੋ ਗਿਆ। ਪਹਿਲੀ ਤਾਂ ਗੱਲ ਇਹ ਕਿ ਕੁਰਾਨ ਦੀਆਂ ਆਇਤਾਂ ਨੂੰ ਮਿਸਕੋਡ ਕਰਨਾ ਇਹ ਤੁਹਾਡੀ ਇੰਜ ਜਿਸ ਤਰ੍ਹਾਂ ਤੁਹਾਨੂੰ ਘੁੱਟੀ ਦਿੱਤੀ ਜਾਂਦੀ ਇਸ ਚੀਜ਼ ਦੀ। ਗਲਤ ਮਾਨੀ ਬਿਆਨ ਕਰਨਾ, ਅੱਧੀ ਪਚੱਧੀ ਪੇਸ਼ ਕਰਨਾ। ਉਹ ਖਮੋਸ਼ ਹੋ ਭਾਈ, ਖਮੋਸ਼।
ਨਹੀਂ ਇਹ ਬੇਸਲਸ ਜੇ ਸਵਾਲ ਕਰਦੇ ਹੋ ਤਾਂ ਜਵਾਬ ਅਲੀਮ ਸਾਹਿਬ ਦੀ ਸੁਣਦਾ ਇਸ ਉਸ ਬੇਹੂਦਗੀ ਦੀ ਇਜਾਜ਼ਤ ਦੇਣਾ ਬਦਬੂ ਫੈਲਾਉਣ ਦੇ ਮੁਤਰਾਦਫ ਹੈ। ਇਹ ਵਾਹੀਅਤ ਦੀ ਬਦਬੂ ਹੈ, ਹੁਣ ਇਹਨੂੰ ਇਹ ਫੈਲਦੀ ਕਰਾਓਗੇ, ਮੈਂ ਸਵਾਲ ਇਹ ਦਾ ਬਿਮਾਰੀ ਜਵਾਬ ਨੂੰ ਦੇਣ ਲੱਗਾ। ਇਸ ਬਿਮਾਰੀ ਨੂੰ ਬੰਦ ਕਰਕੇ ਇਹਦਾ ਮੂੰਹ ਬੰਦ ਕੀਤਾ ਕਰ ਜਾਏ। ਜਾਓ ਮਰਜ਼ੋਟੇ ਚਲੋ ਆਦਾ ਭਾਬੀ ਤੇ ਇਸਲਾਮ ਨੂੰ ਜੱਫੇ ਚਲ ਨਾਸਬੀਅਤ ਯਜ਼ੀਦੀਅਤ ਅੱਜ ਅਮਰ ਨਜ਼ੀਰੀਅਤ ਦੀ ਸ਼ਕਲ ਦੇ ਸਾਹਮਣੇ ਬਦਬੂਦਾਰ ਸੋਚ ਮਾਜ਼ਰਤ ਨਾਲ ਕਰ ਤਾਹਿਰ ਅਮਜਦ ਸਾਹਿਬ ਦੀ ਤਰਫੋਂ ਨਾ ਬਾਰ-ਬਾਰ ਹੈ ਰਵਈਆ ਹੈ। ਇੱਕ ਮਿੰਟ ਰੁਕੋ ਯਾਰ, ਸਾਦਾ ਜਿਹਾ ਸਿੱਧਾ ਸਵਾਲ ਹੈ, ਇਲਮੀ ਸਵਾਲ ਹੈ। ਯਾਰ ਇਹ ਕੋਈ ਤਰੀਕਾ ਤਾਹਿਰ ਅਮਜਦ ਸਾਹਿਬ, ਕੋਈ ਸ਼ਰਮ ਕਰੋ ਯਾਰ। ਯਾਰ ਨਾ ਅਮਤਾਰ ਸਾਹਿਬ ਯਾਰ ਖਾਮੋਸ਼ ਹੋ ਯਾਰ। ਉਹ ਸ਼ਰਮ ਸਾਹਿਬ ਆਵਾਜ਼ ਕਰਦਾ ਉਹਨੂੰ, ਉਹਦੀ ਜ਼ਬਾਨ ਬੰਦੀ ਕਰੋ, ਉਹਨੂੰ ਖੁੱਲੀ ਛੁੱਟੀ ਦੇ ਦਿੱਤੀ ਜਾਏ। ਅੱਛਾ ਉਹ ਭਾਬੀ ਸਾਹਮਣੇ ਜੱਫਾ ਮਾਰ ਕੇ ਬਹਿ ਜਾਏ, ਉਹ ਠੀਕ ਹੈ। ਮਰਜ਼ੋਟਿਆ ਚੁੱਪ ਕਰ ਜਾ ਮਰਜ਼ੋਟਿਆ। ਚੱਲ ਭਾਬੀ बदबूदार शख्सियत और चल भाभी गलाजत चुप कर। ये आमिर नजीर साहब की हालत देखो, कितने गंदे तरीके से इल्जामात चुप कराओ। मैंने मरज़ोटे की मंजी ठोकूंगा जेड़े कुरान दी आयतां मिसकोट करदे ने। बंद कराओ है भाभी गंदगी नु है, गलाजत नु अगर करेगी कि ते मुंह दे उत्ते ओदा जो कुछ है ओनु लाख गुना करके देता। ਜੀ ਜ਼ਾਹਿਰ ਸਾਹਿਬ ਦੱਸੋ ਤੁਹਾਡਾ ਸਵਾਲ ਜਿਹੜਾ ਵਾ ਤੇ ਹੁਣ ਇਸ ਤਰ੍ਹਾਂ ਹੈ ਕਿ ਹੁਣ ਜਿਹੜੀ 11 ਨੰਬਰ ਆਇਤ ਹੈ ਨਾ ਉਹ ਵੀ ਪੜਨ ਵਾਲੀ ਆ। ਉਹ ਆयत ਕੀ ਹੈਗੀ ਆ? ਉਹ ਆयत ਇਹ ਹੈਗੀ ਆ ਕਿ ਦੁਨੀਆ में कोई ऐसा नबी आया ही नहीं कि जिसके साथ तमस्खुर ना किया हो। चैप्टर 15 ਦੀ ਹੁਣ ਇਹਦੇ ਨਾਲ ਇਹ ਵੀ ਸਾਬਿਤ ਹੋ ਜਾਂਦਾ ਹੈ ਕਿ ਇਹ ਜਿਹੜੀ ਤਨਕੀਦ 100 ਦੇ ਕਰੀਬ ਜਿਹੜੀ ਆਇਤਾਂ ਨੇ ਡਾਇਰੈਕਟ ਤੇ ਇਨਡਾਇਰੈਕਟ ਤਨਕੀਦ ਜਿਹੜੀ ਮੌਜੂਦ ਆ, ਉਹ ਮੌਜੂਦ ਹੀ ਇਸ ਵਜ੍ਹਾ ਨਾਲ ਵਾ ਕਿ ਜਦੋਂ ਇਮਾਮ ਮਹਿੰਦੀ ਆਏਗਾ ਤੇ ਉਹਦੇ ਉੱਤੇ ਇਹਦਾ ਜਵਾਬ ਬਣਨਗੀਆਂ ਉਹ ਆਇਤ। ਵਰਨਾ ਅਗਰ ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਆਖਰੀ ਨਬੀ ਹੈਗੇ ਸੀਗੇ, ਜ਼ਰਾ ਗੌਰ ਨਾਲ ਸੁਣਨਾ, ਅੱਲਾ ਨੇ 1,24,000 ਨਬੀ ਉਦੋਂ ਘੱਲ ਦਿੱਤੇ ਜਦੋਂ ਜ਼ਮਾਨੇ ਜਾਹਿਲੀਅਤ ਸੀਗਾ। ਤਲਤ ਸਾਹਿਬ ਆ ਜਾਓ ਉੱਤੇ ਜੀ ਜੀ ਜ਼ਮਾਨੇ ਜਾਹਿਲੀਅਤ ਅਸੀਂ ਜਦੋਂ ਕਹਿੰਦੇ ਆ ਤੇ ਲਿਟਰੇਚਰ ਦੇ ਰੰਗ ਦੇ ਅੰਦਰ ਕਹਿੰਦੇ ਆ। ਨਾਉਜ਼ੁ ਬਿल्ला ਅਸੀਂ ਹਜ਼ਰਤ ਖਤੀਜਾ ਨੂੰ ਜ਼ਮਾਨੇ ਜਾਹਿਲੀਅਤ ਦੀ ਪੈਦਾਇਸ਼ ਕਹਿ ਸਕਨੇ ਆ, हजरत अबू बकर ਨੂੰ ਕਹਿ ਸਕਨੇ ਆ ਜ਼ਮਾਨੇ ਜਾਹਿਲੀਅਤ ਦੀ ਪੈਦਾਇਸ਼। ਲਿਟਰੇਚਰ ਦੇ ਰੰਗ ਦੇ ਅੰਦਰ ਕਿਹਾ ਜਾਂਦਾ ਹੈ ਦੋ ਜ਼ਮਾਨਿਆਂ ਨੂੰ ਡਿਫਰੈਂਸ਼ੀਏਟ ਕਰਨ ਵਾਸਤੇ। ਅੱਲਾ ਨੇ 1,24,000 ਨਬੀ ਉਦੋਂ ਘੱਲਤੇ ਜਦੋਂ ਤਾਲੀਮ ਹੀ ਮੁਕੰਮਲ ਨਹੀਂ ਸੀ। ਅਗਰ ਡਿਵਾਈਡ ਕਰਕੇ ਵੇਖੋ 6000 ਸਾਲ ਦੇ ਨਾਲ ਤੇ ਹਰ ਸਾਲ 24 ਨਬੀ ਆਣੇ ਚਾਹੀਦੇ ਸੀ, ਇੱਕ ਮਹੀਨੇ ਅੰਦਰ 2 ਨਬੀ ਆਣੇ ਚਾਹੀਦੇ ਸੀ। ਅੱਲਾ ਨੇ ਇਹ ਕੀਤਾ ਕੀ? ਇਹਦਾ ਮਤਲਬ ਹੈ ਕਿ ਉਹ ਇਸ ਵਾਸਤੇ ਮੌਜੂਦ ਆ ਕਿਉਂਕਿ ਨਬੀ, ਗੌਰ ਨਾਲ ਸੁਣਨਾ ਮੇਰੀ ਗੱਲ, ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਦੇ ਚਚਾ ਈਮਾਨ ਨਹੀਂ ਲੈ ਕੇ ਆਂਦੇ, ਹਜ਼ਰਤ ਮਸੀਹ ਮਊਦ अलैहिस्सलाम ਦੇ 2 ਬੇਟੇ ਈਮਾਨ ਨਹੀਂ ਲੈ ਕੇ ਆਏ, ਉਹਨਾਂ ਦੀ ਆਪਣੀ ਉੱਥੇ ਹੀ ਰਹਿੰਦੇ ਸੀਗੇ ਨਾਲ। ਹਜ਼ਰਤ ਨੂਹ ਦਾ ਬੇਟਾ ਨਹੀਂ ਲੈ ਕੇ ਆਇਆ, ਹਜ਼ਰਤ ਲੂਤ ਦੀ ਬੀਵੀ ਜਿਹੜੀ ਸੀ ਉਹ ਨਹੀਂ ਲੈ ਕੇ ਆਈ। ਕਿਉਂ ਨਹੀਂ ਲੈ ਕੇ ਆਈ? ਉਹਦਾ ਜਵਾਬ ਕੀ ਆ? ਉਹਦਾ ਜਵਾਬ ਇਹ ਨਹੀਂ ਆ ਖਤਮ ਅੱਲਾਹੁ ਅਲਾ ਕਲੂਬਿਹਿਮ, ਮੈਂ ਇਹਦਾ ਜਵਾਬ ਨਹੀਂ ਸਮਝਦਾ। ਇਹਦਾ ਜਵਾਬ ਇਹ ਵਾ ਕਿ ਨਬੀ ਗੈਬ ਦੇ ਉੱਤੇ ਈਮਾਨ ਲੈ ਕੇ ਆਂਦਾ ਹੈ ਤੇ ਜਦੋਂ ਗੈਬ ਨੂੰ ਦੱਸਣਾ, ਸਵਾਲ ਆ ਗਿਆ ਤਲਤ ਸਾਹਿਬ ਤੁਸੀਂ ਆ ਗਏ ਹੋ। ਜਿਹੜੇ ਗੈਬ ਦੇ ਦਲਾਇਲ ਆ ਉਹ ਗੈਬ ਵਾਂਗੂ ਚੈਲੰਜਿੰਗ ਹੋਣਗੇ। ਗੱਲ ਖਤਮ। ਤਲਤ ਸਾਹਿਬ ਨੂੰ ਮੁਖਾਤਬ ਕਰਨਾ ਹੈ ਹੁਣ ਤੁਸੀਂ ਨਾ ਦੋਸਤਾਂ ਨੇ। ਮੈਂ ਜ਼ਰਾ ਖਾਣਾ ਛੱਡਣਾ ਖਾਣਾ ਜੀ। ਤਲਤ ਸਾਹਿਬ ਥੱਲੇ ਬੰਦੇ ਵੀ ਆਪ ਹੀ ਚੁੱਕਣੇ ਜੀ, ਆਪ ਹੀ ਲਾਉਣੇ ਜੀ। ठीक है लाल। अस्सलाम वालेकुम रहमतुल्लाह। वालेकुम अस्सलाम रहमतुल्लाह। घुमाना सवाल है। तलत साहब मेरे सर एक मिनट, राणा साहब सिर्फ एक सेकंड, राणा साहब एक सेकंड होल्ड करें। मैं सिर्फ एक चलो तुझसे पहले बोलो सर, बोलो एक करके सारे भरा एक करके गल करो प्लीज। पप्पू मलक साहब को तल्ले साहब दे या अलीम साहब दे खास बंदे ने कि ਇਹਨਾਂ ਨੂੰ ਜ਼ਿਆਦਾ ਤੇ ਪਹਿਲੇ ਜਿਹੜੇ ਬੰਦੇ ਬੈਠੇ ਉਹਨਾਂ ਨੂੰ ਜ਼ਿਆਦਾ। ਤੁਸੀਂ ਪਹਿਲੇ ਬੋਲੋ ਸਾਡੇ ਖਾਸ ਬੰਦੇ ਤੁਸੀਂ ਸਾਹਿਬ। ਮੈਨੂੰ ਤੁਹਾਡੇ ਕੋਈ ਇਹ ਉਮੀਦ ਸੀ ਕਿ ਤੁਸੀਂ ਇਨਸਾਫ ਦਾ ਬੋਲਬਾਲਾ ਕਰੋਗੇ। ਮੇਰਾ ਬੜਾ ਇੱਕ ਮਾਸੂਮਾਨਾ ਸਵਾਲ ਹੈ। ਕਿਸੇ ਅਹਿਮਦੀਨ ਨੇ ਆਖਿਆ ਸੀ ਕਿ ਸ਼ੁਕਰ ਕਰੋ ਅਗਰ ਮਿਰਜ਼ਾ ਸਾਹਿਬ ਨਾ ਹੁੰਦੇ ਤੇ ਤੁਸੀਂ ਅੱਜ ਸਾਰੇ ਈਸਾਈ ਹੁੰਦੇ। ਮੈਂ ਅਰਜ਼ ਇਹ ਕਰਨਾ ਚਾਹੁੰਦਾ, ਇਹ ਤੇ ਸਿਰਫ ਪਾਕਿਸਤਾਨ ਦੇ ਵਿੱਚ ਮਿਰਜ਼ਾ ਸਾਹਿਬ ਆਏ ਨੇ, ਇਹ ਬਾਕੀ ਜਿਹੜੇ ਅਰਬਾਂ ਦੇ ਵਿੱਚ ਨੇ ਇਹਨਾਂ 'ਚ ਸਾਰੇ ਕ੍ਰਿਸਚਨ ਕਿਉਂ ਨਹੀਂ ਹੋਏ? ਇਹ ਕਿਆ ਜਿਹੜੇ ਮਿਰਜ਼ਾ ਸਾਹਿਬ ਸਿਰਫ ਪਾਕਿਸਤਾਨੀਆਂ ਦੇ ਜਾਂ ਇੰਡੀਅਨ ਦੇ ਨਬੀ ਨੇ? ਜਿਹੜੇ ਅਰਬ ਦੇ ਵਿੱਚ ਲੋਕ ਬੈਠੇ ਨੇ ਜਾਂ ਜਿਹੜੇ ਆਪਣਾ ਇੰਡੋਨੇਸ਼ੀਆ ਵਗੈਰਾ 'ਚ ਹੋਰ ਮੁਲਕਾਂ ਦੇ ਵਿੱਚ ਅਫਗਾਨਿਸਤਾਨ 'ਚ ਬੈਠੇ ਨੇ, ਉਹਨਾਂ ਦਾ ਕੋਈ ਤਾਲੁਕ ਨਹੀਂ ਗਾ ਮਿਰਜ਼ਾ ਸਾਹਿਬ ਨਾਲ? ਉੱਥੇ ਕਿਉਂ ਨਹੀਂ ਸਾਰੇ ਸਹੀ ਹੋ ਗਏ? ਇਹਦਾ ਜਰਾ ਮੈਨੂੰ ਜਵਾਬ ਦੇ ਦਿੱਤਾ ਜਾਏ। ਜਵਾਬ ਸੁਣੋ, ਬੋਲਣਾ ਨਾ ਜਵਾਬ ਦੇ ਆਪ ਜੀ, ਹੌਸਲੇ ਨਾ, ਜਿਹੜੇ ਸਾਰੇ ਮੁਸਲਮਾਨ ਇਕੱਠੇ ਹੋ ਜਾਣ। ਔਰ ਮੇਰੀ ਗੱਲ ਸੁਣੋ ਗੌਰ ਨਾਲ। ਈਸਾਈ ਤੁਹਾਨੂੰ ਇਹ ਸਵਾਲ ਕਰਦਾ ਹੈ, ਕਹਿੰਦਾ ਤੁਹਾਡੇ ਹੀ ਈਮਾਨ ਦੇ ਮੁਤਾਬਿਕ, ਗੌਰ ਨਾਲ ਸੁਣਨਾ, ਤੁਹਾਡੇ ਹੀ ਈਮਾਨ ਦੇ ਮੁਤਾਬਿਕ ਇੱਕ ਕਵਾਰੀ ਤੇ ਨੁਤਫਾ ਨਾਜ਼ਿਲ ਹੋਇਆ, ਅਸੀਂ ਉਹਨੂੰ ਅੱਲਾ ਦਾ ਬੇਟਾ ਕਿਹਾ।
ਠੀਕ ਆ, ਤੁਹਾਡੇ ਹੀ ਈਮਾਨ ਦੇ ਮੁਤਾਬਿਕ ਇੱਕ ਉਮੀ ਤੇ ਕੁਰਾਨ ਨਾਜ਼ਿਲ ਹੋਇਆ, ਤੁਸੀਂ ਉਹਨੂੰ ਅੱਲਾ ਦੀ ਕਿਤਾਬ ਕਿਹਾ। ਅਗਰ ਅੱਲਾ ਦੀ ਕਿਤਾਬ ਹੋ ਸਕਦੀ ਆ ਤੇ ਬੇਟਾ ਕਿਉਂ ਨਹੀਂ ਹੋ ਸਕਦਾ? ਇਹਦਾ ਜਵਾਬ ਦਵੋ। ਇਹਦਾ ਜਵਾਬ ਹੈਗਾ ਤੁਹਾਡੇ ਕੋਲ? ਤੁਹਾਨੂੰ ਅਸਾਈ ਬਣਨਾ ਪਏਗਾ, ਤੁਹਾਨੂੰ ਅੱਲਾ ਦਾ ਬੇਟਾ ਮੰਨਣਾ ਪਏਗਾ। ਗੱਲ ਸੁਣੋ ਮੇਰੀ, ਗੱਲ ਖਤਮ ਹੋਣ ਦੋ, ਗੱਲ ਖਤਮ ਹੋਣ ਦੋ। حضرت مرزا غلام احمد قادیانی کرے نہیں، بات مکمل ہونے دے سارے بھائی پلیز۔ ਮੈਂ ਸਵਾਲ ਕੀਤਾ ਹੈ, ਤੁਸੀਂ ਮੈਨੂੰ ਸਵਾਲ ਤੇ ਸਵਾਲ ਕਰ ਰਹੇ ਹੋ। ਮੈਨੂੰ ਦੱਸੋ ਕਿਆ ਉਹ ਸਵਾਲ ਦੇ ਅੰਦਰ ਜਵਾਬ ਦੇਣ ਲੱਗੇ ਆ ਨਾ ਸਰ? ਤੁਸੀਂ ਜਵਾਬ ਕੀ ਦਿੱਤਾ ਮੈਨੂੰ? ਤੁਸੀਂ ਮੈਂ ਇਹੀ ਤੇ ਜਵਾਬ ਦਿੱਤਾ ਹੈ ਕਿ ਅਗਰ ਅੱਲਾ ਦੀ ਕਿਤਾਬ ਹੋ ਸਕਦੀ ਹੈ ਤੇ ਬੇਟਾ ਕਿਉਂ ਨਹੀਂ ਹੋ مدر نہیں سر، اگر مدر نہیں پلیز، اگر مدر ہو سکتا ہے لیکن ان کو جواب تو مکمل دینے دینا پلیز۔ اوکے، اور مجھ سے نا کوشچن کریں، بولتے جائیں، وہ مجھے نہ پوچھیں۔ سوال سمجھ آ گیا نا کہ اگر اللہ دی کتاب اگر اللہ دی کتاب ہو سکتی ہے تو بیٹا کیوں نہیں ہو سکتا؟ او دا جواب کی ہے، غور نہ سنو۔ جواب ہے وا کہ جسمانی طور تے مادی طور تے کوئی کسی چیز دا نزول خدا تعالیٰ دی طرفوں نہیں ہوندا۔ اگر ہوندا ہووے تے اسی اونوں ہولی سمجھیے۔ او تے دا مطلب کہ اللہ تے خود شرک جڑا ہے وہ سانو انٹروڈیوس کر رہے ہیں نطفہ کل کے تے کتاب کل کے۔ ایسے واسطے سورہ انعام دی آیت نمبر 7 آ کہ ہم نے قرآن کو کاغذوں پر نہیں نازل کیا، اگر کیا ہوندا تے اسی بھی سکھاں وانگوں متھا ٹیک رہے ہوندے قرآن نو۔ گل سمجھ آ گئی؟ تے حضرت مرزا غلام احمد قادیانی نے اس معجزے نو کس طرح دسیا دنیا نو؟ آپ نے فرمایا کہ حضرت مریم دے نطفے تو منی تو حضرت عیسیٰ پیدا ہویا، جس طرح خدا تعالیٰ بارش کردا ہے تے بارش دے اندروں دی او کیڑے مکوڑے پیدا ہو جاندے آ جنہاں دا نہ ماں ہوندا ہے نہ باپ ہوندی ہے۔ تے حضرت مریم نو جو خواب دکھایا گیا اس خواب دے اندر آپ اپنے ہی نطفے دے نال پریگننٹ ہوندی آ، او اللہ نے نہیں کلیا۔ اگر او اللہ نے کلیا ہوندا، غور نہ سننا، تے او دی بڑی وڈی دلیل دینا تانوں۔ اگر تسی اونوں معجزہ سمجھ دے جے ایسا معجزہ کہ وہ نطفہ آسمان دی طرفوں نازل ہویا، تے قرآن جڑا ہے وہ مسلمان انہاں عورتاں نوں جڑی حاملہ ہونا چاہندیاں حاملہ کسی وجہ نہ نہیں ہو سکدیاں، جس طرح حضرت ابراہیم دی بیوی، تے قرآن انہاں نوں اے دعا سکھاندا کہ اے دعا کرو کہ ساڈے اوتے بھی مریم وانگوں نطفہ نازل کرے۔ حضرت مریم تے کواری سی، انہاں نوں تے حاملہ ہونے دی ضرورت ہی نہیں سی، اے مسلمان عورتوں تے ضرورت آ۔ کیا قرآن نے اے دعا سکھائی یا نہیں سکھائی؟ حضرت ابراہیم نو جدوں اے دسیا جاندا ہے کہ ہم تجھے بیٹے کی بشارت دیتے ہیں، تے آپ نے کی کیا اگیوں؟ آپ نے سائنسداناں والا جواب دیتا، میں ضعیف، میری بیوی ضعیف، ہمارے گھر بچہ کیسے ہوگا؟ حضرت ابراہیم نے کیوں نہیں سمجھ لیا کہ میرا جڑا پوتا وہ آسمان تو نازل ہوئے گا؟ اگر خدا دا اے قانون قدرت ہیگا سیگا آسمان تو حضرت آدم آ سکتے یا اگر حضرت ابراہیم دا اے ایمان سیگا تے وہ اے ایمان لے کے آندے۔ تقریر ختم کر دیو، جواب نہیں گا، تسی تقریر شروع کرتی ہے یار۔ تقریر سٹارٹ کر دینے دوجے دی بھی سنیا کرو سر۔ میری عرض سنو نا کہ اگر میری عرض سنو تے آپ نو پتہ چل گیا حضرت ابراہیم نو کہ فرشتہ مینوں اے حکم دے رہا ہے کہ ایس عمر دے اندر بھی مینوں اپنی بیوی غلط کرن دے یار کرنا چاہیے۔ ادا جواب ہے کہ سانو نبی دے اپنے ڈیزائن دا پتہ چلے گا تے اسی اگے گل کران گے۔ تانوں نبی دا اپنا ڈیزائن تے پتہ نہیں ہے اودے ایمان دا، گلاں تسی کی کرو گے نبوت دے اوتے؟ ایک منٹ، گل کتھے میں کرنا پیا میں، تسی کتھے لے گئے؟ میں پوچھیا ہے کہ چلو جی پاکستان دے وچ جی مرزا صاحب دی ٹھہر جاؤ نا رانا جی ٹھہرو۔ طلعت صاحب 5 منٹ جڑے ضائع کرائے نے جواب ہے سر؟ دیکھیں بات یہ ہے، نبی دے ڈیزائن دا، نبی کس ڈیزائن تے ایمان لے کے آندا؟ بات کرنے دیں پلیز۔ اگر آپ کو کسی کا جواب پسند نہیں ہے یا آپ سمجھتے ہیں ان کا جواب ٹھیک نہیں ہے تو بھی ان کا حق ہے کہ وہ جواب رانا جی تھوڑا ریکویسٹ ہے کہ مینوں گل کرن دیو، مینوں بڑی ڈاڈی آئی ہوئی ہے، میں زاہد صاحب نے ایک جواب دینا ہے پلیز۔ انہاں نوں ڈاڈی آئی دی، انہاں نوں پہل دیو جی جی ڈاڈی کرو۔ پہلی بات تو یہ ہے میں جب کسی اور براڈ پہ جاتا ہوں نا، میں نیوٹرل رہنے کی کوشش کرتا ہوں کہ بے شک میں مسلمان ہوں لیکن میں پھر بھی میں کرو نا جی سنو، یقین مانے، میں سنیں نا، میں خدا کی قسم مجھے باقی براڈس پہ گالیاں ملتی ہیں جب میں آپ کے حق میں بولتا ہوں۔ کل یہ رانا صاحب نے بھی مجھے گالیاں دی ہیں، لیکن آج جو آپ نے بات کی ہے نا، پہلے قرآن کی آپ نے 6 نمبر اور 7 نمبر آیت پڑھی، وہ چیپٹر 15 جو آپ کہہ رہے تھے، ٹھیک ہے؟ پھر آپ نے بات ایک کی، پھر جب عامر نذیر صاحب نے جب وہ اس کا ترجمہ نکالا، آپ گرگٹ جیسا رنگ بدلتی ہے نا، کہتے ہیں نا لعنت اللہ علی الکاذبین، خدا کی قسم آپ منافقوں سے بڑھ کے آپ نے حرکت کی، فٹافٹ آپ نے کلر بدلا۔ او نہیں جی یہ کفار کہتے تھے، پہلے آپ نے سر اللہ پہ ڈالا کہ اللہ اپنے نبی کی سرزنش کر رہا ہے،
फिर जब उन्होंने तर्जमा निकाला तो आप ऐसे भागे जैसे चोर नहीं भागता। निकाल लो, बहुत ही उल्लू का पट्टा। ओ यार मैं सिर्फ इतना कहता हूँ लानतुल्लाहि अलल काज़िबीन, बस मैं इतना कहना चाहता था। लानत तेरे पैनी है, आपको मैंने तेरे थी लानत पैनी है जो झूठ बोल के गए हैं। जी मैं कहना जिन्हें झूठ बोला झूठे ते खुदा दी लानत। तुमने अभी झूठ बोला है, जिन्हें झूठ बोला ओदे ते खुदा दी लानत। करने की इजाजत बस है। मैं सिंपल इतना कहता हूँ, ये मुनाफिकत कर रहे थे, ये बहुत बड़े फ्रॉड थे उन्होंने। अच्छा मैं झूठ नहीं कहता, जो मैंने सुना है मैंने बता दिया सर, जो मैंने सुना है मैंने बता दिया। आप लोगों ने करने की इजाजत है। हेलो, मजाक उड़ा रहे थे नबी का, इन्होंने मजाक उड़ाने की कोशिश की थी जब इनका मुंह पे चपेट पड़ी। जो बात करनी थी बयान कर दी, अब दूसरे को मौका दें, दूसरे को मौका दें। उल्टू से बोलो जी जी। मुझे तलत साहब से सवाल की इजाजत है जनाब जी फरमाएं। जी बहुत शुक्रिया तलत साहब। दसिया गया है कि ईसाइयां दी गल दा जवाब नहीं गा। ईसाई कहंदे ने किताब नाज़िल हो सकती है ते जनाब अल्लाह दा मुंडा हो सकदा है, ते मिर्जा साहब ने आके ਉਹਦਾ जवाब देता है। जवाब भी तुसी सुन लिया है। मेरा ਤੁਹਾਡੇ ਕੋਲੋਂ ਸਵਾਲ ਹੈ ਸਰ, ਮਿਰਜ਼ਾ ਸਾਹਿਬ ਦੀ ਮਾਸ਼ਾਅੱਲਾ ਪੈਦਾਇਸ਼ ਹੋਈ ਹੈ ਤੁਹਾਡੇ ਲੋਕਾਂ ਦੇ ਨਜ਼ਦੀਕ 1835 ਚ, ਉਹਨਾਂ ਦੇ ਆਪਣੀ ਕੌਲ ਦੇ ਨਜ਼ਦੀਕ 1840 ਦੇ ਵਿੱਚ ਸਰ। ਇਹ 1835 ਜਾਂ 1840 ਤੋਂ ਪਹਿਲੇ ਮਤਲਬ ਈਸਾਈਆਂ ਨੂੰ ਕੋਈ ਜਵਾਬ ਦੇਣ ਵਾਲਾ ਹੈ ਨਹੀਂ ਸੀ, ਜਾਂ ਇਸ ਸਵਾਲ ਦਾ ਜਵਾਬ ਨਹੀਂ ਸੀ ਦਿੱਤਾ ਜਾ ਰਿਹਾ, ਜਾਂ ਜਿਹੜਾ ਜਵਾਬ ਈਸਾਈਆਂ ਨੂੰ ਪਹਿਲੇ ਦਿੱਤਾ ਜਾਂਦਾ ਸੀ ਕਿ ਅੱਲਾਹ ਸੁਬਹਾਨਾ ਤਾਲਾ ਪਾ ਕੇ ਗਏ ਨਾ ਚੀਜ਼ਾਂ ਦੇ ਉੱਤੋਂ ਕਿ ਆਪਣੇ ਲਈ ਉਹ ਪੁੱਤਰ ਬਣਾਏ, ਔਰ ਦੱਸਿਆ ਜਾਂਦਾ ਸੀ ਕਿ ਈਸਾਈਆਂ ਨੂੰ ਔਰ ਦੂਸਰੇ ਲੋਕਾਂ ਨੂੰ ਕਿ ਅੱਲਾਹ ਸੁਬਹਾਨਾ ਤਾਲਾ ਆਪਣੇ ਬੰਦਿਆਂ ਦੀ ਰਹਿਨੁਮਾਈ ਵਾਸਤੇ ਰਸੂਲ ਭੇਜਦਾ ਹੈ, ਨਾਲ ਉਹਨਾਂ ਦੇ ਕਿਤਾਬ ਦਿੰਦਾ ਹੈ। ਇਹ ਜਵਾਬ ਜ਼ਿਆਦਾ ਠੀਕ ਹੋਣਾ ਸੀ ਜਾਂ ਜੋ ਇਹ ਹੁਣੇ ਮਿਰਜ਼ਾ ਸਾਹਿਬ ਨੇ ਦੱਸਿਆ ਇਹ ਠੀਕ ਹੋਣਾ ਸੀ? ਇਹ ਦੱਸੋ ਸਰ ਸਲਾ ਸਾਹਿਬ। बात ये है प्यारे भाइयों, हमने हिस्ट्री देखनी है जो हमें खुद तारीख बताती है। आपकी क्या ख्वाहिश है, आपको क्या अच्छा लगता है, वो आपकी मर्ज़ी है। हमें क्या अच्छा लगता है वो हमारी मर्ज़ी है। लेकिन ये तारीख बताती है कि आपके उलमाओं ने लिखा है, और आपके उलमा आजकल के उलमा कहते हैं कि हमारे उलमाओं के पास तालीम इल्म नहीं था, वो उनकी ईसाइयों की किसी बात का जवाब नहीं दे पाते थे, और जो बात करते थे कुरान से करते थे। और मिर्ज़ा ग़ुलाम अहमद अलैहिस्सलाम तौरात इंजील से उनको जवाब देते थे, और मिर्ज़ा साहब ने उनका मुंह बंद किया अकली दलाइल के साथ। ये हम नहीं कहते, ये हम कह रहे हैं। ये आपके आलम उलमाओं की तहरीरात मौजूद हैं, उनके बयानात मौजूद हैं। अभी हम आपको क्या क्या दिखा सकते हैं? आप ना मानना चाहें, लेकिन आप ये जो बात कर रहे हैं ये गलत है कि पहले नहीं जवाब देते थे, फलाना नहीं देते थे। उस टाइम मिर्ज़ा साहब के ज़माने में ईसाइयों की इधर हुकूमत थी, और वो शिद्दत से ये उनकी तबलीग शिद्दत पकड़ गई थी। ये हिस्ट्री बताती है, तारीख बताती है। अगर आप तारीख लेना चाहें तो, ना लेना चाहें आपकी मर्जी है। जी तलत साहब, और मैं सिर्फ एक जल्दी से जो ज़हीर अहमद साहब की बात समझ के और आपकी बात समझ के भी मैं राना अली साहब को बताऊंगा कि ज़हीर साहब आपको समझा रहे हैं कि नबी की डिज़ाइन समझो, ये पूरा जो कॉन्सेप्ट है जो अल्लाह ताला नबी भेजता है इसको समझो। इस हिसाब से आप एक हदीस पढ़ें राना अली साहब, सुने बात मेरी, आप हदीस पढ़ें जो बाबे लुद के करीब दज्जाल का कत्ल, उसको आपको जब नबी के डिज़ाइन की समझ आएगी तो फिर आपको उस हदीस की समझ आएगी। ये चीज़ सोचें कि हिंदुस्तान उस वक्त अखाड़ा था, अखाड़ा जिसमें पूरे क्रिश्चियन जो है, जो अंग्रेज गवर्नमेंट है और अपने पादरियों के साथ पूरे जोश के साथ आई थी, और उसको कैसे रोका गया था, और अगर वो ना रोका जाता तो कैसे हिंदुस्तान में मुसलमानों ने क्रिश्चियन हो जाना था। ये बात जब मेरी जान और बाबे लोग खास तौर पे बात है कि बात मुकम्मल होने से प्लीज, बात मुकम्मल होने मेरी को सोनी नहीं रखती पप्पू देखो, इनकी बात मुकम्मल होने से फिर हमारी बारी है, आप बात करें प्लीज। तो राना अली साहब वो मेरा अर्ज है, तो फिर आपको समझ आएगी। मैं एक आखिरी चीज, प्यारे भाई प्लीज, अगर आप इस तरह करेंगे तो किसी की बात मुकम्मल नहीं होगी। आपकी बारी में वो शोर मचाएंगे, उनकी बारी में आप शोर मचाएंगे। उनकी बात मुकम्मल हो जाए फिर आप फरमाएं, आपकी पूरी बात हम सुनेंगे। जज़ाकल्लाह। जी आप बात जारी रखें। हाँ जी, तो मैं यही बता रहा था, मैं इनको यही समझाने की कोशिश कर रहा था। राना अली साहब ने आके सवाल पूछा था तो मैं इनको यही समझा रहा था कि देखें, गौर करें, तवज्जो दें। ज़हीर अहमद साहब ने बहुत अच्छी आपको एक बात बताई है,
کہ کیسے نظام اللہ تعالیٰ کی جو نبوت اور نبی جس طرح بھیجتا ہے، یہ جو پورا کانسیپٹ ہے، اس کو اگر قرآن سے سمجھیں گے، اس کے بعد آپ حدیث اپنے سامنے رکھیں جو باب لد پہ دجال کا قتل ہونا تھا، اور اس وقت اس زمانے کو دیکھیں کہ کیسے پوری کرسچن جو ہے کس فورس سے تھی، اور ڈفرنٹ مذاہب تھے، سارے مذاہب کا مجموعہ وہاں پہ ہو گیا ہوا تھا، اور وہ کیسے وہاں پہ ایک جیسے کہتے ہیں کہ جنگ ہند یا یہ ایک آسمانی مقابلہ تھا، آسمانی مقابلہ، اور باب لد پہ دجال کا قتل، تو آپ کو پھر ساری بات سمجھ آ جائے گی۔ اور باب لد سے لدھیانہ، اس پہ بھی ذرا غور کریں، اور کس طرح ظاہری رنگ میں بھی وہ چیزیں پوری ہوئیں، تو یہ بات وہ بتا رہے تھے، اگر آپ غور کریں گے آپ کو یہ بات سمجھ آ جائے گی۔ جی جزاک اللہ۔ جزاک اللہ کا موقف آ گیا جی، جناب آپ بات کریں۔ طلحہ صاحب میں آپ سے بات کر رہا تھا، بیچ میں آپ کے بندے نے 1 منٹ لے لیا، اگر وہ بات مکمل کر لینے کی اجازت دی جائے۔ آپ نے مجھے جواب دیا آپ بات سر۔ کریں جی ون شکریہ ٹو ون بھائی، آپ بات کریں۔ جی شکریہ طلحہ صاحب۔ آپ نے فرمایا سر کہ مرزا صاحب کے زمانے میں ایک مسلمانوں سے کوئی سنبھالا نہیں جا رہا تھا، اور اس لیے مرزا صاحب کو تلوار کا جہاد سٹارٹ کرنا پڑا۔ آپ نے سر کیونکہ مرزا صاحب کا کلام نہیں پڑھا ہوا، میں آپ کو، اور دوسرے لوگوں کا بھی نہیں پڑھا ہوا، میں آپ کو تھوڑا سا بتا دوں کہ آج کے جتنے بھی ہمارے مبلغین ہیں نا، جن کے آپ مشہور نام سنتے ہیں، چاہے ڈاکٹر ذاکر نائک ہوں، چاہے احمد دیدات صاحب ہوں، یا عدنان رشید صاحب ہوں، یا جتنے بھی آج کل کے آپ کو نئے بچے نظر آ رہے ہیں، یا جو پرانے جتنے بھی مسلمانوں کے پچھلے 150 سال سے مرزا صاحب سے پہلے کے وہ ڈیبیٹر جو کہ قادیانی جو کہ عیسائیوں کے خلاف باتیں کر رہے ہیں، مناظرے کر رہے ہیں، ان سب کا منبع ایک کتاب ہے سر، اظہار الحق طلحہ صاحب، اور یہ کتاب لکھی تھی رحمت اللہ کرانوی صاحب نے۔ یہ ذرا نام آپ یاد رکھیے گا، اظہار الحق، اور اس کو اگر آپ لوگوں کو ٹائم ملے، آپ لوگ سارے جو کرسچین سے کو بات چیت کرنا چاہتے ہیں، مکالمہ کرنا چاہتے ہیں، اس کتاب اظہار الحق کو پڑھیے گا پلیز۔ اچھا، آپ کی اطلاع کے لیے عرض ہے طلعت ملک صاحب، یہ کتاب 1860 میں لکھی گئی تھی، اور انڈیا کے اندر اور دوسری عربی زبانوں میں ہر زبان میں اس کا ترجمہ کرایا گیا تھا۔ پاکستان اور انڈیا اس زمانے کا جو برصغیر پاک و ہند تھا، اس میں یہ کتاب 1864 میں اردو کے اندر چھاپی گئی تھی، اظہار الحق کرانوی صاحب کی۔ اور جتنے بھی مسلمانوں کے کہہ لیں آپ عیسائیوں کے ساتھ بات کرنے والے ہیں، وہ یہ کتاب لازمی پڑھتے ہیں۔ اس کو انہوں نے جس طرح ایک پاکٹ بک نہیں ہوتی، پاکٹ بک جس کو ہم کہتے ہیں، جس طرح آپ لوگوں نے اپنی بنائی ہوئی ہے پاکٹ بک، اور مسلمانوں نے بھی ایک بنائی ہوئی ہے آپ کے خلاف پاکٹ بک، اس طرح اس زمانے کے جو لوگ تھے نا، وہ اس کتاب کو اظہار حق کو ایز اے پاکٹ بک ریفرنس پوائنٹ یوز کرتے تھے۔ مرزا صاحب نے خود بھی اس کتاب سے استفادہ کیا ہوا ہے، آپ کی اطلاع کے لیے عرض ہے، اگر آپ کو اس کا حوالہ چاہیے تو وہ بھی میں آپ کو دے دوں گا کہ مرزا صاحب نے اظہار الحق کی بھی تعریف کی ہوئی ہے اور بتایا ہوا کہ میں نے پڑھی اور پڑھی۔ لیکن انفارچونیٹلی اس کے اندر جو پوائنٹس اور اس کے اندر جو چیزیں ہیں نا، مرزا صاحب نے وہ اپنے رد کے لیے عیسائیوں کے ساتھ رد کے لیے استعمال نہیں کی، انہوں نے کوئی اور کتابیں استعمال کی ہیں، ان کا بھی میں آپ کو بتا دوں گا۔ لیکن یہ جو آپ کا کہنا ہے نا کہ سارے مسلمان چت ہو چکے ہوئے تھے اور مسلمانوں کے پاس کوئی جواب نہیں تھا، طلعہ صاحب یہ آپ کی انفارمیشن رانگ ہے، اور اس کی وجہ میں نے آپ کو بتائی ہے کہ یہ کتاب آج بھی، آج کی تاریخ میں بھی ہم لوگ اس کو یوز کرتے ہیں، اس کتاب اظہار الحق کو، اور اس زمانے میں بھی اس کو بہت پذیرائی ملی تھی، اور کوئی بھی اس کا جواب نہیں لکھ سکا تھا، آج تک اس کا جواب نہیں لکھا جا چکا۔ تو سر یہ میں نے آپ کے ساتھ شیئر کرنی تھی۔ دوسری بات میرا آپ سے سوال وہی تھا کہ یہ جس طرح کی مثال نطفے ہر چیز کے اندر نطفہ ڈالا جاتا ہے، حضرت مریم کا نطفہ قرآن میں موجود ہی نہیں ہے، بالکل ایسی کوئی بات قرآن کے اندر نہیں لکھی ہوئی، لیکن عیسائیوں کو جواب دینے کے لیے ہم اس کے اندر نطفہ ڈالیں، یہ چیزیں ڈالیں جن کی کہ نہ کوئی لاجک ہے، تو اس سے اچھے جواب میں نے اسی لیے آپ کو کہا تھا کہ پہلے بھی دیے جا چکے تھے، اور اظہار الحق سے پہلے بھی مسلمانوں کے دوسرے علماء، جن کا میں آپ کو کہیں گے پرانے علماءوں کا نام دکھا دوں گا، جو بزنطانیہ کے لوگوں کو جنہوں نے مسلمان کیا ہے، ان کا بھی میں آپ کو کلام دکھا دوں گا۔ امام ابو حنیفہ سے عیسائیوں کے مناظرے ہوئے ہوئے ہیں، دوسرے علماء کرام کے ساتھ عیسائیوں کے مناظرے ہوئے ہیں، تو ایسی بات نہیں ہے کہ ہمارے پاس کوئی عیسائیوں کی باتوں کے جواب نہیں تھے اور مرزا صاحب نے آ کے کوئی نئے جواب دیے ہیں، یہ آپ لوگوں کو بتایا جاتا ہے۔ جب آپ ایکچولی مرزا صاحب کی کتابیں پڑھتے ہیں تو آپ کو ایسی چیز کوئی نظر نہیں آتی۔ مرزا صاحب نے سب سے پہلی کتاب 1880 میں لکھی ہے سر۔ میں آپ سے معافی چاہتا ہوں، میں اتنی دیر سے آپ کو خاموش کرا رہا ہوں، لیکن آپ خاموش نہیں ہو گئے، تو مجبوراً مجھے آپ کو نیچے اتارنا پڑا، حالانکہ میں کسی کو نہیں اتارتا ہوں۔ بری بات ہے نا، کسی کی سن لیتے ہیں،
ایک بندہ کہیں انچارج ہوتا ہے، وہ آپ کو کرا رہا ہے بات، آپ کہیں نہیں میں نے اپنی مرضی سے بات کرنی ہے، اور دوسرے کو کہیں گے تم خاموش ہو جاؤ، بری بات ہے نا یار، اس طرح تو کام نہیں چلتا ہے۔ ہر بندہ اگر اپنی بات کرے گا تو نیچے 8 بندے بیٹھے ہوئے سارے شروع ہو جائیں گے۔ آپ کو موقع دیا گیا، ایک ٹائم ہے، ایک حد ہے، ہم نے اپنے اندر کی ساری باتیں ایک بندے نے کرنی ہیں۔ مجھے بھی موقع دیں یار۔ میں بالکل موقع دیتا ہوں، تو میں ساروں سے التماس کرتا ہوں جب آپ کو موقع دیا جائے آپ بات ضرور کریں، جب آپ سے ریکویسٹ کی جائے کہ آپ کی باری آ گئی، موقف آ گیا، تو آپ کو خاموش ہو جانا چاہیے۔ جی بھائی احمد صاحب آپ بات کریں، فرمائیں۔ جی طلعت بھائی، ہسٹوریکل کانٹیکسٹ میں جو تھا میں بات کرنے لگا ہوں، دیکھیں یہ ایک ہسٹوریکل فیکٹ جو تھا وہ ہے کہ اس زمانے کے اندر بڑی تعداد میں لوگ پنجاب سے، خاص طور پہ سیالکوٹ اور ایڈجسٹنٹ ایریا جموں اور یہ ایسٹ پنجاب سے بہت سارے مسلمان بڑی تعداد میں کرسچن ہونا شروع ہو گئے ہوئے تھے۔ اس کی وجہ یہ تھی کہ جو کرسچنز تھے، انگریز تھے، وہ حاکم تھے اور ہم لوگ جو تھے محکوم تھے، تو پنجاب کی حد تک آپ کی بات جو تھی وہ بڑی صحیح ہے۔ اور اس زمانے میں مرزا صاحب کو تمام مسلمانوں کندھوں پہ بٹھا کے ان کو ایز ہیرو جو تھا وہ ٹریٹ کیا کرتے تھے کہ بھئی یہ جو تھا وہ ہمارا بندہ جو تھا وہ ہے، یہ مناظرے جو تھا وہ کرے گا۔ ایون جو تھا وہ بٹالوی صاحب نے ان کی جو تھی تعریفیں کی ہوئی ہیں، علامہ اقبال نے ان کی جو تھی وہ تعریف جو تھی وہ کی ہوئی ہے، اور اس چیز کو پروفیسر اسرار احمد نے پی ٹی وی کے ایک پروگرام پر اس کو مینشن بھی کیا تھا کہ کس طریقے سے انیشلی وہ مسلمانوں کے جو تھے وہ ہیرو تھے۔ اب سوال یہ پیدا ہوتا ہے کہ بعد میں کیا ہوا؟ اب اس کی بھی میں آپ کو لاجیکلی جو تھی وہ ایکسپلینیشن دوں گا۔ دیکھیں فاض بھائی، بات یہ ہے کہ نبی چاہے سچا ہو چاہے جو ہوتا وہ جھوٹا ہو، مسئلہ کب ہوتا ہے؟ جب کوئی انسان نبوت کا دعویٰ کرتا ہے۔ جس طریقے سے نبی صلی اللہ علیہ وسلم بھی پہلے صادق اور امین تھے، کفار بھی یہ کہا کرتے تھے کہ صادق اور امین، لیکن جیسے ہی نبوت کا دعویٰ کیا تو ایسے جیسے گویا بھیڑوں کے چھتے میں جو ہوتا وہ ہاتھ ڈال دیا ہو، اور مخالفت جو تھی وہ شروع ہو گئی۔ تو ارسپیکٹو کہ آپ مرزا صاحب کو مانتے ہیں نہیں مانتے، لیکن یہ بات ایک ریالٹی ہے کہ نبوت کا دعویٰ کرنے سے پہلے مسلمان ان کے گرویدہ تھے، اس بات کو مان نہیں، یہ ہسٹوریکل فیکٹ ہے، اس میں کوئی دو رائے نہیں ہونی چاہیے۔ تھینک یو۔ جزاک اللہ، بہت اعلیٰ بات آپ نے کی۔ یہی ہم انہیں بتا رہے ہیں جو انہیں سمجھ میں نہیں آ رہی، وہ صرف مرزا صاحب کی مخالفت میں لگے ہیں۔ مخالفت اپنی جگہ آپ ضرور کریں، ہم آپ کی مخالفت کو منع نہیں کر رہے ہیں، لیکن ہم آپ کو سامنے فیکٹ رکھ رہے ہیں، تاریخ رکھ رہے ہیں کہ مسلمانوں کے آج کل کے علماء جو آپ کے عالم ہیں، انہوں نے تسلیم کیا ہے کہ مرزا غلام احمد علیہ السلام اس وقت کے مسلمانوں کے ہیرو تھے، وہ عیسائیوں کو جواب دیتے تھے، اور ہمارے علماء کے پاس علم نہیں تھا۔ یہ آپ کے آج کے جو عالم ہیں، میں ان کے بیانات آپ کے سامنے پیش کر سکتا ہوں، لیکن آپ مخالفت مجھے بھی دیجیے گا، جزاک اللہ۔ اجازت دے دیں پلیز۔ آپ مخالفت برائے مخالفت میں کہتے ہیں نہیں جی ایسا نہیں تھا، آپ کی مرضی ہے، ہم زبردستی تو نہیں منوا رہے، لیکن ہم آپ کے سامنے حقیقت رکھ رہے ہیں، تاریخ رکھ رہے ہیں، اور آج کل کے علماء سے ثبوت دے رہے ہیں کہ آپ کے عالم جو مرزا صاحب کے مخالفوں میں سے ہیں، جو ان کی مخالفت کرتے ہیں، وہ بھی مانتے ہیں کہ مرزا صاحب بہت بڑے عالم تھے اور انہوں نے عیسائیوں کے منہ بند کر دیے تھے۔ وہ جو زور عیسائیت مسلمانوں کے اندر آ گئی تھی، پکڑ رہی تھی ہند میں، اس کو توڑنے والے مرزا غلام احمد علیہ السلام تھے۔ یہ احمدی نہیں کہہ رہے ہیں، غیر احمدی، احمدیت کی مخالفت کے لوگ وہ کہہ رہے ہیں۔ جزاک اللہ۔ اب کون بات کرنا چاہتا ہے؟ جی اجازت ہے، چاہتا ہوں جی میں نذیر بات کروں، ایک حوالہ پڑھنا چاہتا ہوں۔ نذیر صاحب آپ پڑھ لیں۔ یہ شور آ رہا ہے، ذرا میوٹ کر رہے ہیں۔ ہاں جی، یہ جو ہے نا جب حضرت مسیح موعود علیہ السلام کی وفات پر جو ہے نا دہلی کا ایک اخبار ہے کرزن گزٹ کی ہے، اس اخبار کے ایڈیٹر مرزا حیرت صاحب دہلوی نے حضرت مرزا صاحب کی وفات پر لکھا، اب لوگ غور سے سنیں۔ مرحوم کی وہ اعلیٰ خدمات جو اس نے آریوں اور عیسائیوں کے مقابلے میں اسلام کی انجام دہی میں واقع ہی بہت تعریف کی مستحق ہے۔ اس نے مناظرے کا بالکل رنگ ہی بدل دیا اور ایک جدید لٹریچر کی بنیاد ہندوستان میں قائم کر دی، نہ بحیثیت ایک مسلمان ہونے کے بلکہ محقق ہونے کے۔ ہم اس بات کا اعتراف کرتے ہیں کہ کسی بڑے سے بڑے آریہ اور بڑے سے بڑے پادری کو یہ مجال نہ تھی کہ وہ مرحوم کے مقابلے میں زبان کھول سکتا۔ اگرچہ مرحوم پنجابی تھا، مگر اس کے قلم میں اس قدر قوت تھی کہ آج سارے پنجاب بلکہ بلندی ہند میں بھی اس قوت کا کوئی لکھنے والا نہیں۔ اس کا پرزور لٹریچر